वाहिगुरु जी का खालसा वाहिगुरु जी की फतेह। लोक परलोक के राखे साहिब गुणी निदान श्री गुरु ग्रंथ साहिब सच्चे पातशाह जी की पावन हजूरी विच जुड़ बैठ करके संध्या के दीवाना का आप जी निग मान रहे हो। जिन्नियां भी घड़ियां गुरु कृपा नाल प्राप्त हो रही ने, आओ इन्हां सफलियां बनाइए। सतगुरां दी पावन महिमा दे विचों आप जी ने कल सरवण कीता सी, जिस वेले राय बुलार जी ने अपने खजाने दे विचों मेहता कालू जी को 20 रुपए दे दिते, लेके घर आ गए। सोचा कुछ होर सी हो कुछ होर गया। लोग निंदिया लग गए करन, एक ते पैसिया पिछे पुत्र नूं मारिया ते इन्ना लोभ माया दा है। मुड़ फिर राय बुलार जी दे कोल पैसे लेके घर नूं आ गए। नहीं सहारिया गया। कुछ दिन बाद राय बुलार साहब की हजूरी में आके आखन लगे मैंने पैसे नहीं चाहिए। जमाना साडी निंदिया करता है, आप जस करता है। राय बुलार हस के कहते फिर इदा करो, तुसी ते सानू वापस कर दिते आ, ये 20 रुपए रख लो, ये समझ लो भी गुरु नानक साहब ने तुहानू उधारे दिते आ। सुन के पिता जी को गुस्सा आ गया भी जिन्हें सारी जिंदगी एक कौडी नहीं कमाई, मैनू भी उधार किथों देगा। बड़ा कुछ बोले पर सतगुरु सच्चे पातशाह जी खामोश रहे, कोई जवाब नहीं देता। गुरु नानक साहब जी के पिता जी हुण माया लैनी नहीं चाहते, पर राय बुलार साहब आखन लगे ये लैके जानी पैनी है। कहते फिर वो 20 रुपए लैके घर नूं आ गए। पर जांदियां नवाब साहब ने एक गल आखी सी, मुड़ के जिंदगी दे विच भुलेखे नाल भी गुरु नानक साहब सच्चे पातशाह नूं झिड़किओ ना, कदे कोई ऐसा बोल ना बोलिओ जिहदे नाल खेद पहुंचे। पिता जी वादा ते करके आए ने, अगे रब रखा कहते आए। इन्हां सारे प्रकरणां नूं बड़े विस्तार सहित आप जी ने सरवण करके आनंद माणिया। आओ कुछ समा मनचित व्यक्तियां नूं एकाग्रचित बनाइए, पाओ प्रेम दी सांझ। गज वज के आखो जी सतनाम श्री वाहिगुरु साहिब जी। सतनाम श्री साहिब जी। दोहरा अमरदास श्री गुर सुखद सत स्वरूप अनूप। इस पावन कथा नूं लिखते हुए कविराज भाई संतोख सिंह तीजे पातशाह गुरु अमरदास महाराज उन्होंने चरणा कमलों में अरदास करते हैं। जिन्हें भी प्रसंग आउणगे दसे सतगुरां दे मंगला चरण दे नाल आरंभ होणगे।
ਪਿਛਲੇ ਪ੍ਰਸੰਗ ਨੂੰ ਆਪ ਜੀ ਨੇ ਸਰਵਣ ਕੀਤਾ ਸੀ, ਜਿਹਦੇ ਵਿੱਚ ਰਾਏ ਬੁਲਾਰ ਖਾਨ ਸਾਹਿਬ ਦਾ ਜ਼ਿਕਰ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖਰਾ ਸੌਦਾ ਕੀਤਾ। ਉਸ ਪ੍ਰਸੰਗ ਦੀ ਆਰੰਭਤਾ ਹੋਈ ਸੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ, ਕਿਉਂਕਿ ਇੱਥੇ ਪ੍ਰਸੰਗ ਦੇ ਬਾਬਤ ਰੁੱਤ ਚੇਂਜ ਹੋ ਜਾਂਦੀ ਹੈ। ਜਿਵੇਂ ਬਾਹਰ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਦੇ ਕੀਤੇ ਵੇਸ। ਆ ਜਿੰਨੀਆਂ ਵੀ ਰੁੱਤਾਂ ਸਾਡੇ ਸਮਾਜ ਵਿੱਚ ਨੇ, ਇੱਕ ਸੂਰਜ ਕਰਕੇ। ਸੂਰਜ ਨਾ ਚੜੇ, ਦਿਨ ਨਹੀਂ ਹੋਣਾ। ਦਿਨ ਨਹੀਂ ਹੋਏਗਾ, ਰੁੱਤਾਂ ਕਿੱਥੋਂ ਹੋਣਗੀਆਂ? ਤੇ ਜੇ ਸੂਰਜ ਨਾ ਹੋਵੇ ਤੇ ਰਹਿਣਾ ਚੰਦ ਵੀ ਨਹੀਂ, ਕਿਉਂਕਿ ਚੰਦਰਮਾ ਵੀ ਸੂਰਜ ਤੋਂ ਲੋ ਲੈ ਕੇ ਆਪਣਾ ਪ੍ਰਕਾਸ਼ ਦੇਵੇ। ਫਲ ਸਬਜ਼ੀਆਂ ਜੋ ਕੁਝ ਵੀ ਪੱਕਦਾ ਸਭ ਦੀ ਰੋਸ਼ਨੀ ਤੋਂ ਪੱਕਦਾ। ਹੁਣ ਜਿੰਨੀਆਂ ਵੀ ਰੁੱਤਾਂ ਨੇ ਸੂਰਜ ਕਰਕੇ ਨੇ। ਤੇ ਜਦ ਕਿਸੇ ਨਵੇਂ ਰੁੱਤ ਦਾ ਪ੍ਰਸੰਗ ਆਰੰਭ ਹੁੰਦਾ ਹੈ, ਨਵੇਂ ਪ੍ਰਸੰਗ ਵਿੱਚ ਕਵੀ ਜਾ ਰਹੇ ਨੇ, ਕਹਿੰਦੇ ਉਸ ਰੁੱਤ ਨੂੰ ਬਾਰ-ਬਾਰ ਦੁਹਰਾਉਂਦੇ ਆ। ਜਿਵੇਂ ਆਪ ਜੀ ਨੇ ਪਿੱਛੇ ਸਰਦੀ ਦੀ ਰੁੱਤ, ਉਹ ਤੋਂ ਪਹਿਲਾਂ ਬਸੰਤ, ਫਿਰ ਕਦੇ ਪਤਝੜ, ਕਦੇ ਗਰਮੀ, ਕਦੇ ਬਰਸਾਤ, ਕਦੇ ਬਹਾਰਾਂ, ਇਹਨਾਂ ਸਾਰਿਆਂ ਨੂੰ ਕਵੀ ਜੀ ਦੀ ਰਚਨਾ ਤੋਂ ਸਰਵਣ ਕੀਤਾ। ਹੁਣ ਇਹਨਾਂ ਪ੍ਰਸੰਗਾਂ ਦੇ ਸਨਮੁਖ ਬਾਬਤ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਨੇ, ਐ ਗੁਰੂ ਅਮਰਦਾਸ ਮਹਾਰਾਜ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਹੈ। ਇਹ ਜੀਵ ਸਾਡੀ ਤੁਹਾਡੀ ਮਹਿਮਾ ਨੂੰ ਗਾ ਨਹੀਂ ਸਕਦੀ ਅਣਥੱਕ ਸੇਵਾ ਕਰਕੇ। ਦੁਨੀਆ ਨੂੰ ਸੇਵਾ ਕਮਾ ਕੇ ਵਿਖਾਈ ਹੈ, ਤੇ ਨਿਮਰਤਾ ਤੁਹਾਡੇ ਜੈਸੀ ਨਹੀਂ ਕਿਸੇ ਵਿੱਚ ਹੋ ਸਕਦੀ। ਕਿਰਪਾ ਕਰਿਓ ਇਸ ਕਥਾ ਦੀ ਸੇਵਾ ਨੂੰ ਲਿਖਣ ਤੇ ਗਾਉਣ ਵਿੱਚ ਤੇਰੀ ਕਿਰਪਾ ਨਾਲ ਕਾਮਯਾਬ ਰਹੀਏ। ਇਹ ਮਾਰਗ ਬੜਾ ਔਖਾ ਹੈ। ਤੇਰੀ ਮਹਿਮਾ ਨੂੰ ਗਾਉਣਾ ਕੋਈ ਸੌਖਾ ਨਹੀਂ। ਸਿੱਖਣ ਕੀ ਮਨ ਗਿਆਨ ਦਾ, ਗਤ ਉਧਾਰ ਵੱਡ ਭੂਪ। ਐ ਮੁਕਤੀ ਦਾਇਕ ਸਤਿਗੁਰੂ ਜੀ ਆਪ ਸਿੱਖਾਂ ਦਾ ਉਧਾਰ ਕਰਦੇ ਹੋ। ਕਿੰਨਿਆਂ ਦਾ ਉਧਾਰ ਕੀਤਾ ਤੁਸੀਂ, ਗਿਣਤੀ ਕੋਈ ਨਹੀਂ। ਰਾਜਿਆਂ ਦੇ ਰਾਜੇ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹੋ। ਜਿਵੇਂ ਰਾਜੇ ਦੇ ਦਰਬਾਰ ਵਿੱਚ ਇਨਸਾਫ ਮਿਲਦਾ, ਤੇਰੇ ਦਰ ਤੋਂ ਮੁਕਤੀ ਦਾ ਇਨਸਾਫ ਹੈ। ਕਿਰਪਾ ਕਰਿਓ ਇਹਨਾਂ ਪਾਵਨ ਪ੍ਰਸੰਗਾਂ ਨੂੰ ਆਪ ਜੀ ਦੇ ਭੈ ਵਿੱਚ, ਆਪ ਜੀ ਦੀ ਭਾਵਨਾ ਵਿੱਚ ਰਹਿ ਕੇ ਲਿਖਦੇ ਗਾਉਂਦੇ ਰਹੀਏ। ਭੁਜੰਗ ਪਰਜਾਤ ਛੰਦ, ਸੁਤਾ ਨਾਨਕੀ ਜੋਤੀ ਧਾਮ ਕਾਲੋ। ਗੁਣੰ ਖਾਨ ਮਾਨੇ ਸਰੂਪਿੰਗ ਬੇਸਾਲੋ। ਇੱਥੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਇਹ ਪਾਵਨ ਕਥਾ ਖਡੂਰ ਸਾਹਿਬ ਸੁਣਾ ਰਹੇ ਨੇ, ਤੇ ਕਵੀ ਭਾਈ ਸੰਤੋਖ ਸਿੰਘ ਜੀ ਇਹਨਾਂ ਪ੍ਰਸੰਗਾਂ ਨੂੰ ਚੌਪਈ ਦੀ ਬਾਬਤ ਭੁਜੰਗ ਪ੍ਰਿਆਤ ਛੰਦ 'ਚ ਲਿਖ ਰਹੇ ਨੇ। ਭੁਜੰਗ ਪ੍ਰਿਆਤ ਛੰਦ, ਇਹ ਜਿੰਨਾ ਵੀ ਗ੍ਰੰਥ ਲਿਖਿਆ ਹੈ ਇਹ ਬ੍ਰਿਜ ਭਾਸ਼ਾ 'ਚ ਹੈ। ਇਹਦੇ ਵਿੱਚ ਅਰਬੀ ਵੀ ਹੈ, ਫਾਰਸੀ ਵੀ ਹੈ, ਸੰਸਕ੍ਰਿਤ ਵੀ ਹੈ, ਪੰਜਾਬੀ ਵੀ, ਮਾਝਾ, ਮਾਲਵਾ, ਦੁਆਬਾ, ਪੁਆਧ, ਫਿਰ ਅੱਗੇ ਚਲੇ ਜਾਓ ਬਾਂਗਰ ਦਾ ਇਲਾਕਾ, ਕਿਤੇ ਕੋਈ ਕਿਤੇ ਕੋਈ, ਕਿੰਨੀਆਂ ਸਟੇਟਾਂ ਨੇ ਇੰਡੀਆ ਦੇ ਵਿੱਚ। ਹਰ ਤਰ੍ਹਾਂ ਦੀ ਭਾਸ਼ਾ ਕਵੀ ਜੀ ਨੇ ਇਹਦੇ ਵਿੱਚ ਐਡ ਕੀਤੀ ਹੋਈ ਹੈ। ਜਿਵੇਂ ਆਪਾਂ ਕਹਿੰਦੇ ਆ ਭਾਰਤ ਵਿਭਿੰਨਤਾ ਭਰਿਆ ਦੇਸ਼ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਵਿਰੋਧ ਇਸੇ ਕਰਕੇ ਹੁੰਦਾ ਹੈ ਵੀ ਛੇਤੀ ਛੇਤੀ ਕਿਸੇ ਨੂੰ ਪੜ੍ਹਨਾ ਨਹੀਂ ਆਉਂਦਾ। ਆਖੋ ਸਤਿਨਾਮ, ਔਖਾ ਹੀ ਬਹੁਤ ਹੈ। ਵੱਡੇ ਵੱਡੇ ਕਥਾਵਾਚਕ ਸਟੀਕ ਲੈ ਕੇ ਬੈਠੇ ਹੁੰਦੇ, ਸਟੀਕ ਪੜ੍ਹ ਕੇ ਥੋੜਾ ਵਿਦਵਾਨ ਬਣਿਆ ਜਾਂਦਾ। ਪੜ੍ਹਨ ਵਾਸਤੇ ਘੱਟੋ ਘੱਟ 4 ਤੋਂ 5 ਸਾਲ ਦੀ ਮਿਹਨਤ ਹੈ। ਕਿੱਡੇ ਕਿੱਡੇ ਛੰਦ ਲਿਖੇ ਨੇ। ਭੁਜੰਗ ਪ੍ਰਿਆਤ ਛੰਦ, ਕਹਿੰਦੇ ਇਸ ਛੰਦ ਦੁਆਰਾ ਉਹ ਨਵੇਂ ਪ੍ਰਕਰਨ ਨੂੰ ਆਰੰਭ ਕਰ ਰਹੇ ਨੇ। ਸੁਤਾ ਨਾਨਕੀ ਮਹਿਤਾ ਕਲਿਆਣ ਚੰਦ ਜੀ ਦੇ ਘਰ ਵਿੱਚ ਜੇਠਾ ਪੁੱਤਰੀ ਹੋਈ ਵੱਡੀ, ਜਿਹਨੂੰ ਪੰਥ ਬੇਬੇ ਨਾਨਕੀ ਦੇ ਨਾਮ ਨਾਲ ਜਾਣਦੇ। ਸਤਿਗੁਰਾਂ ਦੇ ਪਿਆਰੀ ਭੈਣ ਜੀ, ਉਹ ਭੈਣ ਹੈ ਜਿਹਨੇ ਆਪਣੇ ਵੀਰ ਨੂੰ ਸਭ ਤੋਂ ਪਹਿਲਾਂ ਪਛਾਣਿਆ ਸੀ। ਕਹਿੰਦੀ ਹੁਣ ਭੈਣ ਨਾਨਕੀ ਜਵਾਨੀ ਦੀ
दहलीज ते पब रख रही है, परिवार कबीलदार है, पिता के मन में फुरन आया धी कोठे जिड्डी हो रही है, ब्याह दी जानी चाहिए। ये पुरातन रवायतां ने, पुरातन बोलियां ने। हुण पिता जी ने अपने घर परिवार में सलाह की है, रिश्ता लभ्या जाता है। बड़ा फर्क अज ते उह समय दा। उन्हां समयां दे विच लड़की लड़की की तस्वीर नहीं विखाई जाती ते लड़का लड़की की तस्वीर नहीं देखता। ईवन इत्थों तक भी दोने परिवार जिन्हों कुड़माचारी कहते आ, वो एक दूजे नूं ना वेखदे आ, ना पछाणदे आ, ना जाणदे आ। सिर्फ एक ब्राह्मण ते एडा एतबार कीता जांदा विचोले ते, वो अपनी मर्जी दे नाल चंगा घर वेख के ना 1 रुपया फड़ाया होंदा है। रिश्ता प्रवान कदे उन्हां नातियां ते रिश्तियां च तलाक नहीं सी होई। सोचण वालियां गल्लां ने। 95% कोर्ट कचहरियां दे विच तलाकां दे केस ने, लड़ाइयां झगड़ियां दे केस ने। जिन्ना वेख विखाई कीती, जिन्नियां पसंदां रखियां, जिन्नी चॉइस रखियां, उन्ने ही सियापे। जिन्ने लालच कीते, अज लालच की है जी, आइलस होनी चाहिए। मुंडा भावे सवेरे शराब पींदा होवे, दोपहरे अफीम खांदा होवे, शाम नूं भुक्की भी खा ले, कोई होना नहीं। कनेडा जाना चाहिए है ना समाज च कोड़। ते जे किसी कोल चंगी प्रॉपर्टी भी है, वो भी ये लिखदा है, वो भी आखदा है भी असीं ते मंगदे कुछ नहीं, तुसीं अपनी धी नूं देना है। किड्डी वड्डी चलाकी है। धी नूं देण तों भाव की है भी धी तुसीं साडे पुੱਤ नूं दओगे, वो उसे दी है ते सारा कुछ ही साडा है। मंगिया भी है नहीं ते छड्डिया भी कुछ नहीं। आखो साडा नाम आ लालचा लोकां दा सिर चढ़ बोलदा है। पुरातन समय में कोई मंगदा नहीं सी, अपनी मर्जी ना जो मर्जी कोई दे दे ते मना भी नहीं सी करदे। उदों एक कोड़ नहीं सी। हुण ते लालच कोड़ वधदा जांदा है। कहते पिता ने सोचिया मैं अपनी पुत्री दा किते विआह करदा। परिवार ते सहमति हुई। राय बुलार साहब नगर दे नवाब ने, वड्डे मन्ने जांदे आ। पिंड दा चौधरी, पिंड दा सरपंच, बड़ी इज्जत सी। हुण ते सरपंच दी इज्जत बस गड्डी ते स्टिकर लाउण तक ही है। साबका सरपंच, एक्स एमसी, कोई नहीं पुछदा। हुण ते मौजूदा नूं नहीं कोई पुछदा, अगला लाइव हो जांदा, वेखो इहदियां करतूतां ही नहीं आ करे। खत्म हो गया ना समाज। रही ना गलबात। उन्हां समयां दे विच किसे घर विच रिश्ता हुंदा है, कोई फंक्शन हुंदा है ते चौधरी नाल जाके डिस्कस कीता जांदा सी जी तुसीं दसो की करना चाहिए। एडा वड्डा रुतबा सी क्योंकि वो राजे महाराजे अपना परिवार समझदे सी अपने पिंड। ते कल्याण चंद जी पटवारी ने जाके दिल की गल दसी। कहते मैं चाहुंदा मेरी पुत्री वास्ते चंगा वर मिले, चंगा वर। ये हुण शब्द सुन के थोड़ा जिहा उपरा लगदा है। अजकल वर चंगा नहीं चाहिए, घर चंगा चाहिए। खुदा दा नाम वर तो की लेना। घरे आवे ना आवे, खावे पीवे ना, कोई चक्कर नहीं, घर चंगा। क्योंकि अगले पहला वेखदे आ भी जे मुंडा नलैक हो, कुड़ी दे नाल जमीन किन्नी आऊ। आ चलदा है। रिश्ते जमीनां नाल हो रहे ने, इंसानियत नाल नहीं। यही कारण है परिवार नहीं वसदे, उजाड़े पए होए आ, रिश्ते जुड़ नहीं रहे। उन्हां समयां दे विच सिर्फ इक्को गल आखी है, कहंदे वर चंगा चाहिए। जे लड़का चंगा होगा ते लड़की दी अखां च हंझू नहीं आउण देगा। ते जे मुंडा ही माड़ा होया की करू, जमीनां नूं अगला बेच के खाजू सारियां ते किराए ते बैठो। हुण उन्हां समयां दे विच इक्को गल आ के आखी, कहंदे कोई चंगा वर लभ दिओ जी। जिस वेले ये बचन राय बुलार साहब ने सुनिया, हाथ जोड़ के कहते सिर मत्थे प्रवान, सिर मत्थे जी आया नूं। कहते तुहाडी पुत्री मेरी पुत्री, तुहाडी धी साडी धी। ਇਹ ਤੋਂ ਵੱਧ ਕਰਦੇ ਸੀ ਰਾਏ ਬੁਲਾਰ ਸਾਹਿਬ। ਜਿਉ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣਾ ਰੱਬ ਮੰਨਦੇ ਨੇ, ਉਹਨਾਂ ਦੇ ਵੱਡੇ ਭੈਣ ਜੀ ਦਾ ਕਿੰਨਾ ਸਤਿਕਾਰ ਕਰਦੇ ਹੋਣਗੇ। ਪਿਤਾ ਲਈ ਧੀ ਹੈ, ਹਰ ਪਿਤਾ ਚਿੰਤਤ ਆਪਣੀ ਧੀ ਵਾਸਤੇ ਇੰਨਾ ਦੁਖੀ ਹੋਵੇ। ਮੁੰਡਿਆਂ ਨੂੰ ਕੌਣ ਪੁੱਛਦਾ ਸਾਡੇ ਵਰਗੇ ਨੂੰ, ਅਗਲਾ ਕਹਿੰਦਾ ਆਪੇ ਲੱਭ ਲੂ, ਗੁਰੂ ਕਰਾ ਲੂ ਕਿਤੇ। ਧੀਆਂ ਦਾ ਹੀ ਫਿਕਰ ਕਰਦੇ ਆ ਨਾ ਲੋਕ ਵੀ ਦੁਖੀ ਨਾ ਹੋਵੇ, ਸਾਡੇ ਘਰ ਆ ਕੇ ਰੋਵੇ ਨਾ। ਪਰ ਉਹਨਾਂ ਸਮਿਆਂ ਵਿੱਚ ਇਹੋ ਜਿਹਾ ਸਮਾਜ ਨਹੀਂ ਸੀ, ਕਿਤੇ ਬਹੁਤ ਮਾੜਾ ਮੋਟਾ। ਪਰ ਇੱਕ ਗੱਲ ਕਹੀ, ਜਿੱਥੇ ਤੁਸੀਂ ਕਰੋਗੇ ਸਾਨੂੰ ਪ੍ਰਵਾਨ ਹੈ,
ਉੱਥੇ ਰਾਏ ਬੁਲਾਰ ਸਾਹਿਬ ਨੇ ਆਖਣ ਲੱਗੇ, ਕਹਿੰਦੇ ਫਿਰ ਗੁੱਸਾ ਨਾ ਕਰੀ ਕਿਸੇ ਗੱਲ ਦਾ, ਜੇ ਤੂੰ ਸਾਨੂੰ ਜ਼ਿੰਮੇਵਾਰੀ ਦੇਣ ਆਇਆ ਨਾ, ਮੈਂ ਆਪਣੀ ਧੀ ਜਾਣ ਕੇ ਰਿਸ਼ਤਾ ਕਰੂੰਗਾ। ਹੁਣ ਸੁਭਾਅ ਤੁਹਾਡਾ ਤੁਹਾਨੂੰ ਪਤਾ ਕਿਹੋ ਜਿਹਾ ਹੈ। ਪਿਤਾ ਜੀ ਆਖਣ ਲੱਗੇ, ਨਹੀਂ ਤੁਸੀਂ ਸਿਆਣੇ ਹੋ, ਤੁਹਾਡੇ ਕੀਤੇ ਹੋਏ ਫੈਸਲੇ ਸਦਾ ਅਟਲ ਹੋਣਗੇ। ਸੁਤਾ ਕੀ ਸਮਾਨੰ ਲਖਿਓ ਤਾਹੀ ਰਾਈ, ਭਲੇ ਥਾਣ ਕੀਨੀ ਸੁਤਾ ਕੀ ਸਗਾਈ। ਕਹਿੰਦੇ ਜੀ 2 ਤੋਂ 3 ਮਹੀਨੇ ਲੱਗੇ ਰਾਏ ਬੁਲਾਰ ਸਾਹਿਬ ਨੂੰ ਵਰ ਲੱਭਣ ਵਿੱਚ। ਬੇਸ਼ੱਕ ਰਾਜੇ ਨੇ ਉਹ ਸੋਚਦੇ ਸੀ, ਕਹਿੰਦੇ ਧੀ ਹੈ ਮੇਰੀ, ਪੁੱਤਰੀ ਹੈ ਮੇਰੀ, ਮੈਂ ਆਪਣੀ ਧੀ ਵਾਸਤੇ ਯੋਗ ਵਰ ਲੱਭਣਾ। ਯੋਗ ਕਿਹਨੂੰ ਕਹਿੰਦੇ ਆ? ਗੁੱਸਾ ਨਾ ਕਰੇ, ਬੁਰਾਈ ਤੇ ਨਾ ਉਤਰੇ, ਆਪਣੇ ਪਰਿਵਾਰ ਦਾ ਹਿੱਸਾ ਮੰਨੇ। ਇਹ ਵੀ ਵੇਖੇ ਮਾਂ ਨੂੰ ਮਾਂ ਦਾ ਸਤਿਕਾਰ ਤੇ ਪਤਨੀ ਨੂੰ ਪਤਨੀ ਦਾ ਸਤਿਕਾਰ, ਦੋਨਾਂ ਚੋਂ ਕਿਸੇ ਇੱਕ ਦਾ ਵਿਸ਼ੇਸ਼ ਨਾ ਹੋ ਕੇ ਲੜੇ। ਕਿ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ। ਹੁਣ ਕਿੱਥੇ ਸਿਖਾਈਆਂ ਜਾਂਦੀਆਂ? ਸਕੂਲਾਂ ਕਾਲਜਾਂ 'ਚ ਚੀਜ਼ਾਂ ਅੱਗੇ ਪੜ੍ਹਦੇ ਸੀ, ਮਦਰਸਿਆਂ 'ਚ ਇਹ ਸਿਖਾਇਆ ਜਾਂਦਾ ਸੀ, ਜਿੰਨਾ ਮਾਂ ਦਾ ਸਤਿਕਾਰ ਕਰਨਾ ਹੈ ਉਹਨਾਂ ਪਤਨੀ ਦਾ ਕਰਨਾ ਹੈ, ਕਿਉਂਕਿ ਮਾਂ ਨੇ ਤੈਨੂੰ ਜਨਮ ਦਿੱਤਾ ਹੈ ਤੇ ਪਤਨੀ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਛੱਡ ਕੇ ਤੇਰੇ ਲਈ ਆਈ ਹੈ, ਉਹਦਾ ਹੁਣ ਤੇਰੇ ਬਿਨਾਂ ਕੋਈ ਨਹੀਂ। ਜਦੋਂ ਸਾਰੀਆਂ ਗੱਲਾਂ ਸੋਚੀਆਂ ਵਿਚਾਰੀਆਂ, ਕਿਤੇ 3 ਕੁ ਮਹੀਨੇ ਬਾਅਦ ਸਮਾਂ ਵੀ ਦੱਸ ਰਹੇ ਭਾਈ ਬਾਲਾ ਜੀ, ਕਹਿੰਦੇ ਯੋਗ ਵਰ ਲੱਭ ਗਿਆ। ਕਿੱਥੋਂ ਲੱਭਿਆ? ਸੁਲਤਾਨਪੁਰ ਲੋਧੀ। ਦਰਸ਼ਨ ਕਰਕੇ ਆਇਓ ਆਪ ਜੀ, ਆਪਣੇ ਬਿਲਕੁਲ ਨੇੜੇ ਆ ਕਪੂਰਥਲੇ ਦੇ ਕੋਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਰਾਏ ਬੁਲਾਰ ਜੀ ਦੇ ਕੋਲੇ ਜਾਂਦੇ ਨੇ, ਉਹਨਾਂ ਨੇ ਕਦੇ ਕੁਛ ਨਹੀਂ ਪੁੱਛਿਆ ਤੁਸੀਂ ਕਿੱਥੇ ਰਿਸ਼ਤਾ ਕਰ ਰਹੇ ਹੋ, ਕਿਉਂ ਕਰ ਰਹੇ ਹੋ, ਸਾਨੂੰ ਕਿਉਂ ਨਹੀਂ ਪੁੱਛਿਆ। ਹੁਣ ਤੇ ਰਿਸ਼ਤਾ ਇੱਕ ਨੇ ਕਰਨਾ ਹੁੰਦਾ ਤੇ 20 ਰਸਗੁੱਲੇ ਖਾਣ ਵਾਲੇ ਫਿਰਦੇ ਹੁੰਦੇ ਰਿਸ਼ਤੇਦਾਰ, ਉਹੀ ਭਾਜੀ ਇਹ ਕੁਛ ਹੈ ਨਾ। ਅੱਗੇ ਐਸਾ ਨਹੀਂ ਸੀ। ਰਾਏ ਬੁਲਾਰ ਸਾਹਿਬ ਦੇ ਰਿਸ਼ਤੇਦਾਰੀ ਵਿੱਚੋਂ ਸਨ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ। ਧਿਆਨ ਰੱਖਿਓ, ਇਹੀ ਨੇ ਜਿਨ੍ਹਾਂ ਕੋਲ ਗੁਰੂ ਸਾਹਿਬ ਮੋਦੀ ਖਾਨੇ ਦੀ ਕਿਰਤ ਕਰਨਗੇ, ਰਿਸ਼ਤੇਦਾਰ ਨੇ। ਹੁਣ ਅਗਲੀ ਗਹਿਰੀ ਰਿਸ਼ਤੇਦਾਰੀ ਖੋਲਣ ਨੂੰ ਤੇ ਖੋਲ ਦਈਏ, ਪਰ ਉਸ ਪਾਸੇ ਆਪਾਂ ਬਹੁਤਾ ਨਹੀਂ ਜਾਣਾ। ਬੜੀ ਕਲੋਜ਼ ਗਹਿਰੀ ਰਿਸ਼ਤੇਦਾਰੀ ਸੀ, ਧੀ ਦਾ ਰਿਸ਼ਤਾ ਸੀ। ਰਿਸ਼ਤੇਦਾਰੀ ਚ ਉਹਨਾਂ ਨੇ ਨਵਾਬ ਦੌਲਤ ਖਾਨ ਨੂੰ ਆਖਿਆ, ਤੇ ਨਵਾਬ ਦੌਲਤ ਖਾਨ ਦੇ ਬੜੇ ਉਚੇਚੇ ਤੇ ਖਾਸ ਸਨ ਜਿਨ੍ਹਾਂ ਨਾਲ ਰਿਸ਼ਤਾ ਹੋਣਾ। ਕਹਿੰਦੇ ਜੀ ਸਗਾਈ ਤੈਅ ਕਰ ਦਿੱਤੀ ਗਈ, ਪੰਡਤ ਭੇਜਿਆ। ਬੇਸ਼ੱਕ ਇਹ ਦੋਨੇ ਪਰਿਵਾਰ ਮੁਸਲਮਾਨ ਨੇ। ਹੁਣ ਇਹਨਾਂ ਨੇ ਬੇਦੀ ਵੰਸ਼ ਲਈ, ਕਿਉਂਕਿ ਗੁਰੂ ਸਾਹਿਬ ਦਾ ਪਰਿਵਾਰ ਬੇਦੀ ਵੰਸ਼ ਹੈ। ਸਤਿਗੁਰਾਂ ਦੇ ਭੈਣ ਨਾਨਕੀ ਜੀ ਦੇ ਲਈ ਜੋ ਵਰ ਲੱਭਿਆ ਨਾ, ਉਹ ਖੱਤਰੀ ਨੇ, ਉਸੇ ਪਰਿਵਾਰ ਚੋਂ ਨੇ। ਹੁਣ ਦੇਖੋ ਮੁਸਲਮਾਨਾਂ ਤੇ ਹਿੰਦੂਆਂ ਦੀ ਸਾਂਝ ਕਿੰਨੀ ਚੰਗੀ ਸੀ ਉਦੋਂ, ਅੱਜ ਕਿੰਨਾ ਜ਼ਹਿਰ ਹੈ, ਕਿੰਨੀ ਨਫ਼ਰਤ ਹੈ। ਧਰਮ ਨਹੀਂ ਮਾੜੇ, ਧਰਮ ਉਦੋਂ ਵੀ ਸੀ, ਧਰਮਾਂ ਵਿੱਚ ਸ਼ੈਤਾਨ ਵੜ ਗਏ, ਕਾਲਪਨਿਕ ਲੋਕ ਆ ਗਏ ਜਿਨ੍ਹਾਂ ਨੇ ਧਰਮ ਵਿੱਚ ਜ਼ਹਿਰ ਭਰਨਾ ਸ਼ੁਰੂ ਕਰਤਾ। ਤੇਰਾ ਰਾਮ ਤੇਰਾ ਅੱਲਾ ਤੇਰਾ ਵਾਹਿਗੁਰੂ। ਜਿਸ ਵੇਲੇ ਕਹਿੰਦੇ ਦੋਨੇ ਪਰਿਵਾਰ ਮਿਲੇ, ਮੁਲਾਕਾਤ ਰੱਖੀ, ਪੰਡਤਾਂ ਨੇ ਜਾ ਕਰਕੇ ਵੇਖਿਆ ਵਰ, ਹਾਂ ਕਰ ਆਏ। ਵੇਖ ਕੇ ਜੋ ਪਰਿਵਾਰਾਂ ਦੇ ਜੋਗ ਵੇਖੇ ਪੰਡਤਾਂ ਨੇ ਆਪਣੇ ਹਿਸਾਬ ਨਾਲ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੈਅ ਕੀਤਾ ਗਿਆ। ਦੋਨੇ ਪਰਿਵਾਰਾਂ ਦੇ ਵਿੱਚ ਖੁਸ਼ਖਬਰੀ ਸੁਣਾਈ ਗਈ ਹੈ। ਤੋਟਕ ਛੰਦ ਸੁਲਤਾਨਪੁਰੀ ਜੈ ਰਾਮ ਹੁਤੋ, ਬਰਵਾਹਿਜ ਬੰਸ ਬਿਸੁੱਧ ਸੁਤੋ। ਹੁਣ ਸੁਲਤਾਨਪੁਰ ਨਗਰ ਦੇ ਵਿੱਚ ਰਹਿਣ ਵਾਲੇ ਨੇ ਜਿਨ੍ਹਾਂ ਦਾ ਨਾਮ ਹੈ ਜੈ ਰਾਮ ਜੀ। ਜੈ ਰਾਮ ਕਿਹਦੇ ਪੁੱਤ ਨੇ ਜੀ? ਨੋਟ ਕਰ ਲਓ, ਪਰਮਾਨੰਦ ਜੀ ਦੇ। ਪਰਮਾਨੰਦ ਦਾ ਪੁੱਤ ਜੈ ਰਾਮ। ਕਹਿੰਦੇ ਸਾਰੇ ਸੁਲਤਾਨਪੁਰ ਲੋਧੀ ਵਿੱਚ ਖੱਤਰੀਆਂ ਦੀ ਵੰਸ਼ ਵਿੱਚੋਂ ਬਹੁਤ ਹੋਣਹਾਰ ਸੀ, ਚੰਗੇ ਸੁਭਾਅ ਦਾ ਮਾਲਕ, ਬੜਾ ਸਾਊ ਦੀਪਾ ਸੁਭਾਅ ਸੀ, ਕਿਸੇ ਨੂੰ ਕਦੇ ਚੰਗਾ ਮਾੜਾ ਨਹੀਂ ਆਖਿਆ। ਇਹੀ ਕਾਰਨ ਸੀ ਗੁਰੂ ਨਾਨਕ ਸਾਹਿਬ ਜੀ ਬਹੁਤ ਬਣਦੀ ਸੀ ਉਹਨਾਂ ਨਾਲ, ਸਮਝਦੇ ਸੀ। ਕਹਿੰਦੇ ਜੈ ਰਾਮ ਜੀ ਦੇ ਨਾਲ ਰਿਸ਼ਤਾ ਤੈਅ ਹੋਇਆ ਬੇਬੇ ਨਾਨਕੀ ਜੀ ਦਾ, ਸਤਿਗੁਰਾਂ ਦੇ ਵੱਡੇ ਭੈਣ ਜੀ ਦਾ। ਕਹਿੰਦੇ ਰਿਸ਼ਤਾ ਤੈਅ ਹੋਣ ਤੋਂ ਬਾਅਦ ਦੋਨੇ ਪਰਿਵਾਰਾਂ ਨੇ ਵਿਆਹ ਦਾ ਦਿਨ ਨਿਯਤ ਕਰ ਲਿਆ ਵੀ ਉਹ ਕਿਹੜਾ ਦਿਨ ਹੈ। ਹੁਣ ਪੰਡਤ ਬਿਠਾਏ ਗਏ ਦੋਨੇ ਪਾਸੇ, ਚਲੋ ਲਾਗ ਨੂੰ ਵੀ ਲੈਣਾ ਹੁੰਦਾ ਉਹਨਾਂ ਨੇ।
ਇੱਧਰ ਵਾਲੇ ਨੇ ਵੀ ਦੱਸਤਾ ਵੀ ਕਿਹੜੀ ਪੱਤਰੀ ਠੀਕ ਹੈ, ਕਿਹੜਾ ਦਿਨ ਠੀਕ ਹੈ, ਉੱਧਰ ਵਾਲੇ ਨੇ ਵੀ ਦੱਸਤਾ। ਉਹ ਦਿਨ ਡਿਸਾਈਡ ਕੀਤਾ ਗਿਆ। ਰਾਏ ਬੁਲਾਰ ਸਾਹਿਬ ਆਪ ਇਸ ਵਿਆਹ ਦੇ ਵਿੱਚ ਉਚੇਚੀ ਤੌਰ ਤੇ ਸ਼ਾਮਲ ਨੇ, ਰਿਸ਼ਤਾ ਕਰਾਉਣ ਵਾਲੇ ਨੇ। ਕਿਉਂਕਿ ਇਹ ਗੱਲਾਂ ਸਿਰਫ ਇਤਿਹਾਸ ਸੁਣਿਆ ਤੋਂ ਪਤਾ ਲੱਗਦਾ ਵੀ ਸਤਿਗੁਰਾਂ ਦੇ ਭੈਣ ਜੀ ਦਾ ਰਿਸ਼ਤਾ ਹੋਇਆ ਕਿਵੇਂ, ਕਿੱਥੇ ਹੋਇਆ, ਕਿਹਨੇ ਕਰਾਇਆ। ਬਹੁਤ ਕੀਮਤੀ ਗੱਲਾਂ ਨੇ। ਕਿਸੇ ਵੀ ਕੌਮ ਨੂੰ ਜਦੋਂ ਆਪਾਂ ਛੇੜ ਕੇ ਵੇਖੀਏ ਉਹ ਆਪਣਾ ਇਤਿਹਾਸ ਏਦਾਂ ਹੀ ਜਾਣਦੀ ਹੁੰਦੀ ਹੈ। ਅੱਜ ਅਸੀਂ ਕਹਿਣ ਨੂੰ ਸਿੱਖਾਂ ਦੀਆਂ ਗੱਲਾਂ ਕਰ ਰਹੇ ਹਾਂ। ਜੇ ਸਾਨੂੰ ਕੋਈ ਇਹ ਪੁੱਛ ਲੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਦਾ ਰਿਸ਼ਤਾ ਕਿੱਥੇ ਹੋਇਆ ਸੀ, ਕਿਵੇਂ ਹੋਇਆ, ਕਿਉਂਕਿ ਅਸੀਂ ਮੰਨਦੇ ਹਾਂ ਗੁਰੂ ਸਾਹਿਬ ਸਿੱਖ ਧਰਮ ਦੇ ਬਾਨੀ ਨੇ, ਮੋਢੀ ਨੇ। ਚਲੋ 10ਵੇਂ ਪਾਤਸ਼ਾਹ ਦੇ ਪਰਿਵਾਰ ਦੀ ਗੱਲ ਛੱਡੋ, ਸਾਨੂੰ ਤੇ ਗੁਰੂ ਨਾਨਕ ਸਾਹਿਬ ਜੀ ਬਾਰੇ ਨਹੀਂ ਕੁਝ ਪਤਾ। ਚਾਰ ਕੁ ਗੱਲਾਂ ਪਤਾ, ਸੱਜਣ ਠੱਗ ਤਾਰਿਆ, ਕੌਡਾ ਰਾਸ਼ਦਾਰ, ਚੱਕੀ ਪੀਸਤੀ, ਇਹੀ ਹੈ। ਪ੍ਰਚਲਿਤ ਨੇ, ਸੱਪ ਨੇ ਛਾਂ ਕਰਤੀ ਜੀ, ਬਸ ਮੋਦੀਖਾਨਾ ਕਰ ਲਿਆ। ਇਸ ਤੋਂ ਬਾਅਦ ਕੋਈ ਚੀਜ਼ ਨਹੀਂ ਹੈ ਕਿ ਇਸ ਤੋਂ ਬਾਅਦ ਇਤਿਹਾਸ ਨਹੀਂ ਸਾਡੇ ਕੋਲੇ, ਸੁਣਾਇਆ ਹੀ ਨਹੀਂ ਕਦੇ। ਸੁਣਾਈਏ ਵੀ ਕਿਉਂ? ਕਿਉਂਕਿ ਸੁਣਨ ਵਾਲਾ ਹੈ ਹੀ ਕੋਈ ਨਹੀਂ। ਆਖੋ ਸਤਿਨਾਮ। ਨਹੀਂ ਸੁਣਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਜਿਸ ਵੇਲੇ ਇਹ ਸੁਣਿਆ ਬੜੇ ਖੁਸ਼ ਹੋਏ ਵੀ ਚਲੋ ਸ਼ੁਭ ਮੁਹੂਰਤ ਨਿਕਲ ਗਿਆ, ਧੀ ਧਿਆਣੀ ਹੈ, ਆਪਣੇ ਘਰ ਚਲੀ ਜਾਏਗੀ। ਸਨ ਬੰਦ ਪਇਓ ਤੇ ਸੰਗ ਪਲੰਗ, ਇੱਕ ਸਾਰ ਮਿਲੇ ਬਰਨਾਰ ਕਲੰਗ। ਬਸ ਪੰਡਤ ਨੇ ਇੰਨਾ ਕੇ ਦੱਸਿਆ ਵੀ ਮੈਂ ਲੜਕੀ ਵੀ ਵੇਖ ਲਈ ਤੇ ਵੇਖ ਲੜਕਾ ਵੀ ਲਿਆ, ਜੋੜੀ ਫੱਬੇਗੀ। ਕਿੱਡਾ ਜਵਾਰ ਹੈ, ਕਿੰਨਾ ਭਰੋਸਾ ਹੈ। ਅੱਜ ਕਰੂ ਕੋਈ ਕਿਸੇ ਵਿਚੋਲੇ ਤੇ ਭਰੋਸਾ? ਦੱਸਦੇ ਕੀ ਨੇ ਗੁਣ, ਏਦਾਂ ਦੱਸਦੇ ਆ, ਕਹਿੰਦੇ ਜੀ ਕੁੜੀ ਬਸ ਪੁੱਛੋ ਨਾ, ਗਊ ਹੈ, ਦਰਵੇਸ਼ ਹੈ। ਪਤਾ ਨਹੀਂ ਜੀ ਵਿਆਹ ਤੋਂ ਬਾਅਦ ਕਿਹੜੇ ਕੁਫਰ ਲੱਗ ਜਾਂਦੇ ਆ। ਸਤਿਨਾਮ। ਕਿੱਥੋਂ ਜਵਾਨ ਭੁੱਲ ਜਾਂਦੀ ਹੈ। ਗੁਣ ਤੇ ਗਊਆਂ ਵਾਲੇ ਦੱਸੇ ਸੀ, ਘਰੇ ਲਿਆ ਕੇ ਸ਼ੇਰ ਨਹੀਂ ਛੱਡਦੀ। ਹੁਣ ਜੁੱਤੀਆਂ ਕਿਤੇ ਪੈਂਦੀਆਂ ਨੇ? ਵਿਚੋਲੇ ਦੇ। ਵਿਚੋਲੇ ਦਾ ਅਰਥ ਇਹ ਆ ਵੀ ਵਿੱਚ ਦਾ ਓਲਾ। ਇੱਧਰੋਂ ਵੀ 4 ਪੈਸੇ ਖਾਦੇ, ਦੱਸਤਾ। ਜੇ ਮੁੰਡਾ ਕਾਣਾ ਨਹੀਂ ਦੱਸਿਆ, ਕਹਿੰਦੇ ਜੀ ਸੁਜਾਖਾ ਬਸ ਐਨਕ ਲੱਗੀ ਹੋਈ, ਭਾਈ ਰਜਿੰਦਰ ਸਿੰਘ ਹੈ ਨਹੀਂ ਹੈ, ਕਹਿੰਦਾ। ਦੂਜੇ ਪਾਸੇ ਜਾ ਕੇ ਦੱਸਤਾ, ਕਹਿੰਦੇ ਕੁੜੀ ਇੰਨਾ ਪੜ੍ਹੀ ਹੋਈ ਹੈ ਪਰ ਥਥਲਾਉਂਦੀ ਹੈ, ਉਹ ਨਹੀਂ ਦੱਸਿਆ। ਕਹਿੰਦੇ ਨਾ ਸਟਾਈਲ ਹੈ, ਸੈਲਫੀ ਲੈਂਦੀ ਨਹੀਂ ਹੈ ਜੀ। ਇਹਨੂੰ ਕਹਿੰਦੇ ਵਿਚੋਲਾ, ਕਾਰਗੁਜ਼ਾਰੀ ਵਿਚੋਲੇ ਦੀ। ਅੱਜ ਵਿਚੋਲਿਆਂ ਤੇ ਭਰੋਸਾ ਛੱਡੋ, ਆਪਣਿਆਂ ਤੇ ਕੀ ਕਰਿਆ ਜਾਂਦਾ ਜੀ। ਸਗਾ ਪਿਓ ਕੱਲ ਕੀ ਕਰਕੇ ਆਇਆ, ਕੀ ਕਹਿ ਕੇ ਆਇਆ, ਕਹਿ ਕੇ ਮੁੱਕਰ ਜਾਂਦਾ, ਮੈਂ ਨਹੀਂ ਕਿਹਾ। ਵਿਚੋਲਾ ਦੂਰ ਦੀ ਗੱਲ ਹੈ। ਪਰ ਉਹਨਾਂ ਸਮਿਆਂ 'ਚ ਦੇਖੋ ਰਿਸ਼ਤੇ ਨਾਤੇ ਕਿੰਨੇ ਗਰੀਬ ਸਨ। ਸਿਰਫ ਪੰਡਤ ਨੇ ਆ ਕੇ ਦੱਸਿਆ ਵੀ ਬਹੁਤ ਚੰਗੀ ਜੋੜੀ ਹੈ, ਚੰਗਾ ਪਰਿਵਾਰ ਹੈ, ਚੰਗਾ ਮਹੂਰਤ ਹੈ, ਚੰਗਾ ਲਗਨ ਹੈ ਤੇ ਚੰਗਾ ਸਾਹਾ ਹੈ। ਤੇ ਗੁਰੂ ਸਾਹਿਬ ਦੇ ਪਿਤਾ ਕਿੰਨੇ ਖੁਸ਼ ਹੋਏ। ਸੱਚੀ ਇੱਕ ਪਿਓ ਲਈ ਸਭ ਤੋਂ ਵੱਡੀ ਖੁਸ਼ੀ ਦਾ ਦਿਨ ਹੁੰਦਾ ਜਿੱਦਣ ਧੀ ਲਈ ਚੰਗਾ ਵਰ ਲੱਭਿਆ ਜਾਂਦਾ। ਅੱਖਾਂ 'ਚ ਹੰਝੂ ਹੁੰਦੇ ਆ ਖੁਸ਼ੀ ਦੇ। ਕਲਿਆਣ ਚੰਦ ਬੜੇ ਪ੍ਰਸੰਨ ਹੋਏ, ਰਾਏ ਬੁਲਾਰ ਸਾਹਿਬ ਨੂੰ ਮੱਥਾ ਟੇਕਿਆ, ਕਹਿੰਦੇ ਤੁਸੀਂ ਰੱਬ ਬਣ ਕੇ ਆਏ ਹੋ ਸਾਡੇ ਵਿਹੜੇ। ਖਾਨ ਸਾਹਿਬ ਕਹਿੰਦੇ ਨਾ, ਏਦਾਂ ਨਹੀਂ ਕਹਿਣਾ, ਤੇਰੀ ਧੀ ਮੇਰੀ ਧੀ ਹੈ। ਹਰ ਪਿਓ ਆਪਣੀ ਧੀ ਲਈ ਕੁਝ ਚੰਗਾ ਸੋਚਦਾ ਏ। ਸਾਜ ਬਰਾਤ ਭਲੀ ਸਗਰੀ, ਕੀਏ ਆਂਡ ਕਾਉ ਸੁਸੋ ਨਗਰੀ। ਆਖਿਰਕਾਰ ਕਹਿੰਦੇ ਜੀ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ। ਸੁਲਤਾਨਪੁਰ ਲੋਧੀ ਤੋਂ ਬਰਾਤ ਚੱਲੀ। ਅੱਜ ਵਾਲਾ ਕੰਮ ਨਹੀਂ ਹੈ ਵੀ 2.5 ਘੰਟੇ 'ਚ ਵਿਆਹ। 2.5 ਘੰਟੇ ਵੀ ਕਿਹੜੇ, ਗੁਰਦੁਆਰੇ ਤੇ ਏਦਾਂ ਹੁੰਦੇ ਜਿਵੇਂ ਤਵੀ ਤੇ ਪੈਰ ਰੱਖੇ ਹੁੰਦੇ ਆ। ਵੇਖਿਆ ਤੇ ਕਰੋ, ਬੁਰਾ ਹੀ ਹਾਲ ਹੁੰਦਾ ਲੋਕਾਂ ਦਾ। ਪਹਿਲਾਂ ਤੇ ਕਿਸੇ ਨੇ 12 ਵਜੇ ਤੋਂ ਪਹਿਲਾਂ ਹੋਣਾ ਹੀ ਨਹੀਂ। ਅਸਲ ਮਰਿਆਦਾ ਕੀ ਆਨੰਦ ਕਾਰਜ ਦੀ 12 ਤੋਂ ਪਹਿਲਾਂ 11, 10, 10:30। ਵੈਸੇ ਤੇ ਜੀ ਗੁਰਮਤ ਵੇਖੀਏ ਤੇ ਅੰਮ੍ਰਿਤ ਵੇਲੇ ਦੇ ਆਨੰਦ ਕਾਰਜ ਨੇ, ਅੰਮ੍ਰਿਤ ਵੇਲੇ ਦੇ। ਹੁਣ ਜਿਹੜੇ 12 ਵਜੇ ਤੋਂ ਬਾਅਦ ਆਉਣਗੇ ਫਿਰ ਉਹਨਾਂ ਦੇ 12 ਹੀ ਵੱਜਣੇ ਆ। ਸਤਿਨਾਮ। ਭਾਂਡੇ ਤੇ ਖੜਕਣਗੇ। ਜਦ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਤੁਸੀਂ ਮਰਿਆਦਾ ਦਾ ਪਾਲਣ ਨਹੀਂ ਕਰਦੇ ਤੇ ਬਣਨਾ ਕੀ ਹੈ? ਤੇ ਸਾਡਾ ਆਨੰਦ ਕਾਰਜ ਕਿੰਨੇ ਸਮੇਂ ਦਾ ਹੁੰਦਾ? 15-20 ਮਿੰਟ ਦਾ ਹੁੰਦਾ। ਉੱਥੇ ਆ ਕੇ ਵੀ ਭਾਈ ਸਾਹਿਬ ਦੇ ਆਲੇ ਦੁਆਲੇ ਬਾਬਾ ਜੀ ਨੇਰੀ ਲਿਆ ਦੋ ਵੀ ਹੁਣ ਹੋਰ ਕੀ ਸਪੀਡ 'ਚ ਕਰਾ ਦਈਏ। ਐਂ ਕਰੋ, ਮੁੰਡਾ ਕੁੜੀ ਗੱਡੀ 'ਚ ਬਿਠਾਓ, ਗੁਰਦੁਆਰੇ ਦੇ ਲਾਓ ਗੇੜੇ, ਨਵਾਂ ਅਸੀਂ ਵੜ ਦੋਗੇ। ਇੰਨੀ ਗਾਲੀ ਹੈ ਲੋਕਾਂ ਦੀ, ਇੰਨਾ ਬੁਰਾ ਹਾਲ ਹੈ। ਤੇ ਅਸਲ ਵਿਆਹ ਸਿਰਫ ਆਨੰਦ ਕਾਰਜ ਹੁੰਦਾ। ਬਾਕੀ ਜਿਹੜੇ ਉੱਥੇ ਕੰਜਰਖਾਨੇ ਹੁੰਦੇ ਨਾ ਪੈਲਸਾਂ 'ਚ, ਉਹ ਵਿਆਹ ਨਹੀਂ ਹੁੰਦਾ।
ਉੱਥੇ ਤੇ ਮੇਰੇ ਵਰਗੇ ਟਾਈਮ ਪਾਸ ਵਾਲੇ ਖਾ ਪੀ ਕੇ ਪਚਾਉਣ ਬੈਠੇ ਹੁੰਦੇ ਆ ਵੀ ਹੁਣ ਗੁਲਾਬ ਜਾਮਣ ਵੀ ਖਾਣੀ ਆ ਤੇ ਉਹ ਜਾਂਦੇ ਆਈਸਕ੍ਰੀਮ ਖਾ ਕੇ ਜਾਵਾਂਗੇ। ਇੰਨਾ ਕੁ ਸ਼ਗਨ ਪਾ ਲਿਓ ਵੀ ਜਿੰਨਾ ਕੁ ਪਾਇਆ ਉਹ ਤੋਂ ਦੁੱਗਣਾ ਜ਼ਿਆਦਾ ਕਰਨਾ ਇੱਥੇ, ਕਿਉਂਕਿ ਉੱਥੇ ਕਿਹੜਾ ਮਰਿਆਦਾ ਹੁੰਦੀ ਲਿਫਾਫੇ ਵਾਲੀ, ਝੋਲਾ ਝੂਲਾ ਦਾ ਭਰਦਾ ਨਹੀਂ, ਬਸ ਢਿੱਡ ਹੀ ਭਰਨਾ ਹੁੰਦੇ। ਹੁਣ ਉਹਨਾਂ ਸਮਿਆਂ ਦੇ ਵਿੱਚ ਕਿੱਡਾ ਸਤਿਕਾਰ ਹੈ। ਬਰਾਤ ਜਾਂਦੀ ਆ 10 ਦਿਨ ਬਰਾਤ ਨਹੀਂ ਮੁੜਦੀ, ਤੇ ਅੱਜ ਦੇ ਵਿਆਹ 2.5 ਤੋਂ 3 ਘੰਟੇ ਦੀ ਸੈਰਾਮਨੀ ਹੁੰਦੀ ਬਸ, ਜੀ ਚੋਂ ਆਨੰਦ ਕਾਰਜ ਸਿਰਫ 15-20 ਮਿੰਟ ਅੱਧਾ ਘੰਟਾ ਲਾ ਲਓ। ਉੱਥੇ ਵੀ ਲੋਕਾਂ ਦੇ ਪੈਰ ਭਖੇ ਹੁੰਦੇ, ਭੱਜੇ ਫਿਰਦੇ ਆ। ਅਸਲ ਮਿੱਤਰ ਤੁਹਾਡੇ ਉਹੀ ਨੇ ਜਿਹੜੇ ਤੁਹਾਡੇ ਆਨੰਦ ਕਾਰਜ ਤੇ ਬੈਠੇ ਨੇ। ਬਾਕੀ ਖਾਏ ਪੀਏ ਖਿਸਕੇ ਹਮ ਵਿੱਚ ਖਿਸਕੇ ਆਖੋ ਸਾਡੇ ਨਾਮ ਉਹ ਆਪਣੇ ਨਹੀਂ ਹੈ, ਜਿਹੜੇ ਪੈਲਸਾਂ ਤੱਕ ਬੈਠੇ। ਜਿਹੜਾ ਤੁਹਾਡਾ ਮਿੱਤਰ ਹੋਏਗਾ ਤੁਹਾਡੇ ਆਨੰਦ ਕਾਰਜ ਤੇ ਨਾਲ ਆਏਗਾ, ਕਿਉਂਕਿ ਸ਼ਬਦ ਇੱਥੇ ਪੜਿਆ ਜਾਣਾ ਹੈ, ਪੈਲਸ ਵਿੱਚ ਨਹੀਂ। ਵਿਆਹ ਹੋਆ ਮੇਰੇ ਬਾਬੂਲਾ ਪੜਦੇ ਪੈਲਸ ਵਾਲੇ, ਤੇ ਫਿਰ ਉੱਥੇ ਵਿਆਹ ਕਿਵੇਂ ਹੈ? ਉਹ ਤੇ ਬਸ ਇਹ ਹੁੰਦਾ ਹੈ ਵੀ ਉਜਾੜਾ ਇੰਨੇ ਲੱਖ ਲਾਤਾ ਵਿਖਾਉਣਾ ਅਸਲੀ ਆਨੰਦ ਕਾਰਜ ਗੁਰੂ ਸਾਹਿਬ ਦੀ ਗੋਦ ਚ ਹੁੰਦਾ ਹੈ। ਅਸਲੀ ਵਿਆਹ ਇਸੇ ਨੂੰ ਕਹਿੰਦੇ ਆ। ਜਦੋਂ ਆਨੰਦ ਸਾਹਿਬ ਪੜਿਆ ਗਿਆ ਨਾ ਤੇ ਵਿਆਹ ਹੋ ਗਿਆ। ਤੇ ਫੌਰਨ ਵਾਲੇ ਕਿੰਨੇ ਸਿਆਣੇ ਨੇ, ਉਹ ਕੋਈ ਬਹੁਤਾ ਰੌਲਾ ਹੀ ਨਹੀਂ ਪਾਉਂਦੇ। ਗੁਰੂ ਦੀ ਹਜ਼ੂਰੀ ਜਾ ਕੇ ਆਨੰਦ ਕਾਰਜ ਕਰਾ ਕੇ ਲੰਗਰ ਲਾ ਕੇ ਘਰੇ ਆ ਜਾਂਦੇ ਕਿ ਬਸ ਵਿਆਹ ਹੋ ਗਿਆ। ਹੁਣ ਤੇ ਗਧਿਆਂ ਨੂੰ ਖੇਤ ਲਟਾਉਣ ਵਾਲਾ ਕੰਮ ਹੈ। ਉਹਨਾਂ ਸਮਿਆਂ ਦੇ ਵਿੱਚ ਬਰਾਤਾਂ ਨਿਕਲਦੀਆਂ ਨੇ 10-10 ਦਿਨ 15-15 ਦਿਨ ਬਰਾਤਾਂ ਢੋਲਦੀਆਂ ਨੇ, ਕਿਉਂਕਿ ਸਾਰਾ ਪਿੰਡ ਜਾਂਦਾ ਹੈ ਜੀ। ਇੱਧਰ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਮੰਜੇ ਇਕੱਠੇ ਕਰਨੇ ਸ਼ੁਰੂ ਕਰਦੇ ਗੱਡੀਆਂ ਨੇ। ਇਹ ਪੁਰਾਣਾ ਕਲਚਰ ਇੱਦਾਂ ਸੀ। ਹੁਣ ਮੰਜਿਆਂ ਨੂੰ ਕੌਣ ਪੁੱਛਦਾ? ਅਗਲਾ ਇੱਕ ਟੈਂਟ ਵਾਲੇ ਨੂੰ ਫੋਨ ਕਰਦਾ ਵੀ ਇੰਨੇ ਗੱਦੇ ਭੇਜ ਦੇ ਫਲਾਣਾ, ਚਲ ਅਗਲਾ ਕਹਿੰਦਾ ਹੋਟਲ ਹੀ ਕਰ ਦੋ ਯਾਰ, ਰਹਿਣ ਉੱਥੇ ਪੀ ਜਾਣ। ਉਹ ਨਹੀਂ ਰਹੀਆਂ ਗੱਲਾਂ। ਮੰਜੇ ਇਕੱਠੇ ਕੀਤੇ ਪਿੰਡ 'ਚ, ਪੱਖੀਆਂ ਇਕੱਠੀਆਂ ਕੀਤੀਆਂ, ਹਰ ਚੀਜ਼, ਸਰਾਣੇ ਮੰਗੇ, ਬਿਸਤਰੇ ਮੰਗੇ, ਜਿਨ੍ਹਾਂ ਚੀਜ਼ਾਂ ਦੀ ਲੋੜ ਸੀ, ਕੰਬਲ ਖੇਸੀਆਂ ਤੋਂ ਲੈ ਕੇ ਸਭ ਕੁਝ ਇਕੱਠਾ ਕੀਤਾ ਗਿਆ ਗੁਰੂ ਸਾਹਿਬ ਦੇ। ਉਹ ਦਿਨ ਵੀ ਭਾਗਾਂ ਵਾਲਾ ਆਇਆ। ਕਹਿੰਦੇ ਬਰਾਤ ਚੱਲੀ ਆ 2 ਦਿਨ ਪਹਿਲਾਂ, ਨੇੜੇ ਆ ਗਈ। ਹੁਣ ਰਾਹਾਂ ਦੇ ਵਿੱਚ ਨਾ ਧਰਮਸ਼ਾਲਾ ਬਣੀਆਂ ਹੁੰਦੀਆਂ ਸੀ, ਜਿੱਥੇ ਬਰਾਤਾਂ ਰੁਕਦੀਆਂ ਹੁੰਦੀਆਂ ਸੀ, ਜਿਹਨੂੰ ਫਿਰ ਕੋਈ ਸਮਾਂ ਸੀ ਜੱਜ ਕਰ ਕਹਿਣ ਲੱਗੇ ਲੋਕੀ, ਉੱਥੇ ਰੁਕ ਜਾਂਦੀਆਂ ਸੀ ਬਰਾਤਾਂ, ਕਿਤੇ ਰਾਤ ਕੱਟਣੀ ਹੋਣੀ। ਹੁਣ ਜੈ ਰਾਮ ਜੀ ਚੱਲੇ ਨੇ ਸਿਹਰੇ ਲਾ ਕੇ, ਘੋੜੀ ਤੇ ਸਵਾਰ ਹੋ ਗਏ ਵਿਆਹ ਲਈ। ਕਿੱਥੇ ਜਾ ਰਹੇ ਆ? ਆਪਣੇ ਸਸੁਰਾਲ ਸਹੁਰੇ ਘਰ ਢੁਕਣ ਚੱਲੇ ਆ। ਕਹਿੰਦੇ ਸੁਲਤਾਨਪੁਰ ਲੋਧੀ ਤੋਂ ਬਰਾਤ ਨਿਕਲੀ। ਇਹ ਬਰਾਤ ਸ਼ਾਹੀ ਸੀ। ਇਸ ਬਰਾਤ ਦੇ ਸ਼ਿੰਗਾਰ ਕੌਣ ਸਨ? ਉੱਥੋਂ ਸੁਲਤਾਨਪੁਰ ਦੇ ਰਾਜੇ ਨਵਾਬ ਦੌਲਤ ਖਾਨ, ਜਿਨ੍ਹਾਂ ਦੀਆਂ ਬਰਾਤਾਂ 'ਚ ਰਾਜੇ ਮਹਾਰਾਜੇ ਫਿਰਦੇ ਛੋਟੇ ਆ। ਇੱਧਰ ਧੀ ਵਾਲੇ ਪਾਸੇ ਰਾਏ ਭੋਏ ਦੀ ਤਲਵੰਡੀ ਦੇ ਰਾਜੇ ਰਾਏ ਗੁਲਾਰ ਸਾਹਿਬ ਨੇ, ਉਹ ਮੇਨ ਨੇ, ਪ੍ਰਬੰਧ ਉਹ ਕਰ ਰਹੇ ਨੇ। ਉਹ ਕਹਿੰਦੇ ਮੇਰੀ ਧੀ ਹੈ, ਮੈਂ ਆਪਣੀ ਧੀ ਨੂੰ ਲਾਡਾ ਚਾਵਾਂ ਦੇ ਨਾਲ ਤੋਰਾਂਗਾ। ਕਰਮਾਂ ਵਾਲੇ ਉਹ ਬੱਚੇ ਹੁੰਦੇ ਜਿਨ੍ਹਾਂ ਨੂੰ 2-2 3-3 ਮਾਂ ਬਾਪ ਮਿਲਦੇ ਆ। ਦੇਖੋ ਜਿਹਨੇ ਜਨਮ ਦਿੱਤਾ ਉਹ ਤੇ ਮਾਂ ਬਾਪ ਨੇ, ਇੱਕੋ ਹੀ ਨੇ ਜਿਨ੍ਹਾਂ ਨੇ ਜ਼ਿੰਦਗੀ ਦਾ ਸਾਥ ਦਿੱਤਾ। ਜਿਹੜੇ ਨਾਲ ਨੇ ਆਪਣੇ ਬੱਚਿਆਂ ਤੋਂ ਵੱਧ ਕੇ ਕਰਦੇ ਨੇ, ਉਹਨਾਂ ਦਾ ਵੀ ਦੇਣ ਨਹੀਂ ਦਿੱਤਾ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਵੀ ਤਿਆਰ ਹੋਏ ਜੀ। ਹੁਣ ਗੁਰੂ ਸਾਹਿਬ ਦੀ ਤਿਆਰੀ ਕੀ ਹੈ? ਖੱਦਰ ਦਾ ਪਰਨਾ, ਸੋਹਣਾ ਕੁੜਤਾ, ਸੋਹਣਾ ਪਜਾਮਾ, ਚਰਨਾਂ ਵਿੱਚ ਕੀਮਤੀ ਜੋੜਾ, ਗੋਡੇ ਤੇ ਕੰਬਲੀ ਰੱਖੀ ਹੋਈ ਹੈ। ਕਿੰਨੇ ਸੋਹਣੇ ਲੱਗੇ ਸੀ ਉਹ ਲੋਕਾਂ ਦੇ, ਕਿੰਨੇ ਸੋਹਣੇ ਰਿਵਾਜ ਸਨ। ਵਾਲ ਵੂਲ ਕੱਟੇ ਵਾਲਾ ਤੇ ਲੱਭਦਾ ਹੀ ਨਹੀਂ ਸੀ ਕੋਈ ਉੱਥੇ। ਅੱਜ ਤੋਂ 30-40-50 ਸਾਲ ਪਿੱਛੇ ਚਲੇ ਜਾਓ, ਪੁਰਾਣੀਆਂ ਤਸਵੀਰਾਂ ਵੇਖ ਲਓ 1970 ਦੀਆਂ 80 ਦੀਆਂ, ਤੁਹਾਨੂੰ ਲੱਭਣੀ ਨਹੀਂ ਕੋਈ ਵੀ ਕੰਬਾਈਨ ਕਿੱਥੋਂ ਕਿਹਦੇ ਸਿਰ ਤੋਂ ਲੰਘੀ ਹੈ। ਉਹਨਾਂ ਸਮਿਆਂ 'ਚ ਸਾਰੇ ਪਗੜੀ ਧਾਰੀ ਸੀ, ਤੇ ਆਉਣ ਵਾਲੇ ਵੀ ਪਗੜੀ ਧਾਰੀ ਸੀ, ਭਾਵੇਂ ਹਿੰਦੂ ਭਾਵੇਂ ਮੁਸਲਮਾਨ। ਹੁਣ ਇਹ ਬਰਾਤ ਬੈਂਡ ਬਾਜਿਆਂ ਨਾਲ ਚੱਲੀ ਜਾ ਰਹੀ ਹੈ, ਢੋਲ ਵੱਜਦੇ ਜਾਂਦੇ ਨੇ, ਨਫੀਰੀਆਂ ਵੱਜਦੀਆਂ ਨੇ, ਸ਼ੰਖ ਵਜਾਏ ਜਾਂਦੇ ਨੇ। ਰੇ ਸੰਗ ਮਤੰਗ ਤਰੰਗਣ ਕੋ ਪਟ ਸੋਬਤ ਹੈ ਬਹੁ ਰੰਗਣ ਕੋ। ਇੱਥੇ ਜੈ ਰਾਮ ਜੀ ਘੋੜੀ ਤੇ ਸਵਾਰ ਹਨ। ਉਹਨਾਂ ਦੇ ਪਿਤਾ ਪਰਮਾਨੰਦ ਹਾਥੀ ਤੇ ਬੈਠੇ ਆ। ਸ਼ਾਹੀ ਬਰਾਤਾਂ ਸੀ, ਊਠਾਂ ਦੀਆਂ ਸਵਾਰੀਆਂ, ਘੋੜਿਆਂ ਦੀਆਂ ਸਵਾਰੀਆਂ, ਹਾਥੀਆਂ ਦੀਆਂ ਸਵਾਰੀਆਂ, ਤੇ ਕੁਝ ਔਰਤਾਂ, ਕਿਉਂਕਿ ਪੁਰਾਣੇ ਸਮੇਂ 'ਚ ਜ਼ਿਆਦਾਤਰ ਔਰਤਾਂ ਬਰਾਤਾਂ 'ਚ ਨਹੀਂ ਸੀ ਜਾਂਦੀਆਂ, ਪਰ ਕਈ ਵਾਰ ਜਾਂਦੀਆਂ ਵੀ ਸੀ ਤੇ ਪਾਲਕੀਆਂ 'ਚ ਬਹਿ ਕੇ। ਉਹਦਾ ਰਿਵਾਜ ਹੀ ਇੱਦਾਂ ਦੇ ਹੁੰਦੇ ਸੀ। ਔਰਤਾਂ ਨਾਲ ਤੇ ਸਦਾ ਹੀ ਧੱਕਾ ਹੋਇਆ, ਬਰਾਤ ਬੀਬੀਆਂ ਨਹੀਂ ਜਾ ਸਕਦੀਆਂ ਸੀ। ਪੁਰਾਣਾ ਸਮਾਂ ਪੜ੍ਹਿਓ। ਤੇ ਜਦ ਕੋਈ ਮਰ ਜਾਂਦਾ ਸੀ ਕਹਿੰਦੇ ਪਿੱਪਲ ਥੱਲੇ ਬੈਠੀਆਂ ਬੁੱਕੀ ਜਾਓ, ਤੁਸੀਂ ਨਹੀਂ ਸ਼ਮਸ਼ਾਨ 'ਚ ਜਾਣਾ, ਪ੍ਰਕਾਸ਼ੀ ਨਾ ਬਣਾ। ਤੇ ਹੁਣ ਜ਼ਮਾਨਾ ਗੁਰੂ ਦੀ ਕਿਰਪਾ ਨਾਲ ਕੈਸਾ ਹੈ, ਹੁਣ ਸਾਰੇ ਆ ਸਕਦੇ ਆ।
ਸ਼ਮਸ਼ਾਨ ਘਾਟ ਭੈਣਾਂ ਵੀ ਜਾਣਗੀਆਂ, ਵੀਰ ਵੀ ਜਾਂਦੇ, ਵਿਆਹ ਹੋਵੇ ਬਰਾਤ ਹੋਵੇ, ਸਭ ਤੋਂ ਵੱਧ ਤੇ ਇਹਨਾਂ ਦੀਆਂ ਗੱਡੀਆਂ ਭਰੀਆਂ ਹੁੰਦੀਆਂ। ਬਾਕੀ ਦੇ ਵਿਚਾਰੇ ਪ੍ਰਬੰਧ ਹੀ ਕਰਦੇ ਫਿਰਦੇ ਹੁੰਦੇ। ਜਿੰਨਾ ਖਰਚਾ ਕੱਲੀ ਕੱਲੀ ਨੇ ਆਪਣੇ ਤੇ ਕੀਤਾ ਹੁੰਦਾ ਹੈ, ਇੰਨਾ ਤੇ ਦੁਲਹਨ ਨੇ ਨਹੀਂ ਕੀਤਾ ਹੁੰਦਾ। ਆਖੋ ਸਤਿਨਾਮ। ਇਹਨਾਂ ਨੂੰ ਚਾਹ ਜਾਂਦੇ ਹੁੰਦੇ ਸਪੈਸ਼ਲਿਸਟ ਵਿਆਹ ਦੀ। ਤੇ ਬੰਦਿਆਂ ਕੋਲ ਤੇ ਵਿਚਾਰਿਆਂ ਕੋਲ ਉਹੀ ਗਿਣਤੀ ਦੀਆਂ ਪੱਗਾਂ ਤੇ ਉਹੀ ਪੈਂਟਾਂ ਪੁੱਠੀਆਂ ਸਿੱਧੀਆਂ ਪਾਈਆਂ ਹੁੰਦੀਆਂ। ਇੱਕ ਪੈਂਟ ਨਾਲ ਇੱਕ ਕੱਪੜੇ ਨਾਲ 4-4 ਵਿਆਹ ਕੱਢ ਜਾਂਦੇ। ਇੱਥੇ ਜੇ ਕਿਤੇ ਵਿਆਹ ਹੋਵੇ 5 ਦਿਨ ਜਾਣਾ ਹੈ, 5 ਦਿਨ ਅਲੱਗ-ਅਲੱਗ ਸੂਟ, ਸਵੇਰੇ ਹੋਰ ਸ਼ਾਮੀ ਹੋਰ। ਪਰ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਦੀ ਟੌਰ ਉਦੋਂ ਵੀ ਬੜੀ ਸੀ, ਉਦੋਂ ਵੀ ਬਹੁਤ ਸੀ। ਮਰਦ ਸਾਦਗੀ ਚਾਹੀਦੀ ਸੀ, ਕਿਉਂਕਿ ਮਰਦ ਦਾ ਬਾਣਾ ਤੇ ਪਹਿਰਾਵਾ ਹੀ ਸਾਦਗੀ ਹੈ। ਸਿਰਫ ਸੋਹਣੀ ਸ਼ਮਲੇ ਵਾਲੀ ਪੱਗ ਬੰਨੀ ਹੈ। ਪਰਮਾਨੰਦ ਜੀ ਪੁੱਤ ਨੂੰ ਵਿਆਹ ਚਲੇ ਆ, ਮਾਇਆ ਸੁੱਟਦੇ ਜਾਂਦੇ ਆ। ਕਹਿੰਦੀ ਉਹਨਾਂ ਦੇ ਪੁੱਤਰ ਬੜੇ ਹੋਣਹਾਰ ਸਨ, ਸਾਊ ਨੇਚਰ ਦੇ, ਸਾਊ ਸੁਭਾਅ ਦੇ, ਘੋੜੀ ਤੇ ਬੈਠੇ ਆ, ਬਾਜੇ ਗਾਜੇ ਵੱਜ ਰਹੇ ਆ। ਕਹਿੰਦੇ ਇਹ ਬਰਾਤ ਸੁਲਤਾਨਪੁਰ ਲੋਧੀ ਤੋਂ ਨਿਕਲੀ ਹੈ। ਰਾਏ ਭੋਏ ਦੀ ਤਲਵੰਡੀ ਅੱਜ ਕੱਲ੍ਹ ਪਾਕਿਸਤਾਨ, ਉਸ ਪਾਸੇ ਨੂੰ ਚੱਲ ਪਈ। ਬਾਰ ਭੂਖਣ ਕੰਚਨ ਅੰਗ ਤਰੇ, ਚਮਕਾਤ ਜਰਾਵਣ ਸੰਗ ਜਰੇ। ਹੀਰੇ ਮੋਤੀਆਂ ਦੇ ਨਾਲ ਇਹ ਬਰਾਤ ਲੱਦੀ ਹੋਈ ਹੈ। ਸੋਨਾ ਚਾਂਦੀ ਆਮ ਪਹਿਨਿਆ ਹੋਇਆ। ਉਦੋਂ ਇਹ ਚੀਜ਼ਾਂ ਖਾਸ ਨਹੀਂ ਸੀ ਹੁੰਦੀਆਂ। ਆਮ ਚੀਜ਼ਾਂ ਜਿਵੇਂ ਲੋਹੇ ਦਾ ਕੜਾ ਪਾਇਆ, ਸੋਨੇ ਦਾ ਪਾਇਆ, ਵੈਲਿਊ ਨਹੀਂ ਸੀ ਕੋਈ, ਨਾਰਮਲ ਸੀ ਸਾਰਾ ਕੁਝ। ਕਹਿੰਦੇ ਬਰਾਤ ਜਾਂਦੀ ਜਾਂਦੀ ਮਹਿਤਾ ਨਗਰ ਵਿੱਚ ਰੁਕੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮਹਿਤਾ ਚੌਂਕ ਹੈ, ਦਮਦਮੀ ਸਾਹਿਬ। ਉਸ ਤੋਂ ਅੱਗੇ ਜਾਂਦੀ ਜਾਂਦੀ ਬਟਾਲੇ ਰੁਕੀ ਹੈ। ਬਟਾਲੇ ਇੱਕ ਰਾਤ ਕੱਟਣ ਤੋਂ ਬਾਅਦ ਇਹ ਬਰਾਤ ਅਗਲੇ ਦਿਨ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੇ ਗਈ। ਬੜੀ ਧੂਮਧਾਮ ਨਾਲ ਪਹੁੰਚੀ ਹੈ। ਸ਼ੋਰ ਸ਼ਰਾਬਾ, ਰੌਲਾ ਮੱਚਦਾ ਜਾਂਦਾ ਹੈ, ਨੱਚਦੇ ਟੱਪਦੇ ਜਾਂਦੇ ਨੇ, ਖੁਸ਼ੀ ਦਾ ਆਨੰਦ ਹੈ। ਉਦੋਂ ਭਾਈਚਾਰਕ ਸਾਂਝਾਂ ਬਹੁਤ ਪੱਕੀਆਂ ਸੀ। ਕਹਿੰਦੇ ਇੱਕ ਹਾਥੀ ਤੇ ਪੰਡਤ ਜੀ ਬੈਠੇ ਨੇ ਨਾਲ, ਜਾ ਰਹੇ ਆ ਜੀ, ਕਿਰਪਾ ਹੀ ਉਹਨਾਂ ਦੀ ਹੈ, ਰਿਸ਼ਤਾ ਹੀ ਉਹਨਾਂ ਨੇ ਕਰਾਇਆ ਹੈ। ਤੇ ਕਿੰਨਾ ਮਾਣ ਸਨਮਾਨ ਹੈ। ਅੱਜ ਦੇ ਸਮੇਂ ਸਿਰਫ ਵਿਚੋਲੇ ਦਾ ਮਾਣ ਸਨਮਾਨ ਛਾਪ ਛੂਪ ਦਾ ਕੀ ਹੁੰਦਾ, ਉਹ ਵੀ ਵਿਚਾਰਾ ਮਿੰਤਾਂ ਮੁੱਤਾਂ ਜੀ ਕਰਕੇ ਕਹਿੰਦਾ ਯਾਰ ਪਾ ਦਿਓ, ਵੇਖਿਓ ਕਿਤੇ ਫੋਟੋ ਚ ਨਾ ਬੇਇੱਜ਼ਤੀ ਹੋ ਜੂਗੀ। ਫਿਰ ਬੈਠੇ ਦਾ ਕੀ ਸੀ ਹੁੰਦਾ, ਇੱਜ਼ਤ ਥੋੜਾ ਕੋਈ। ਪਰ ਉਹਨਾਂ ਸਮਿਆਂ ਦੇ ਵਿੱਚ ਸਪੈਸ਼ਲ ਹਾਥੀ ਤੇ ਬੈਠੇ ਆ, ਕਿੰਨਾ ਅਦਬ ਹੈ। ਕਹਿੰਦੇ ਸਾਰੀ ਬਰਾਤ ਨੇ ਮਾਇਆ ਚੜਾਈ ਉਹਨਾਂ ਨੂੰ। ਚੰਗੀ ਆ ਗਈ ਸੀ, ਦੁਕਾਨਦਾਰੀ ਥੋੜੀ ਚੱਲਦੀ ਸੀ ਉਹਨਾਂ ਸਮਿਆਂ ਚ। ਕਹਿੰਦੇ ਜੀ ਪੰਡਤ ਮਾਣ ਸਨਮਾਨ ਨਾਲ ਤੁਰੇ ਜਾਂਦੇ, ਬੜੇ ਖੁਸ਼ ਹੋ ਕੇ ਜਾਂਦੇ ਆ, ਵੇਲਾਂ ਪੜ੍ਹਦੇ ਜਾਂਦੇ ਆ। ਵੇਲ ਸਮਝਦੇ ਹੋ ਨਾ, ਪੰਡਤ ਵੀ ਪੜ੍ਹਦੇ ਸੀ, ਜਿਵੇਂ ਵਧਾਈ ਮੰਗਣ ਵਾਲੇ ਪੜ੍ਹਦੇ ਆ। ਪੰਪ ਜਾ ਮਾਰ ਦੇਣਾ ਅਗਲੇ ਨੂੰ, ਤੇਰਾ ਦਾਤਾ ਮਹਾਨ, ਤੇਰਾ ਪੜਦਾਦਾ ਮਹਾਨ। ਅਗਲਾ ਪੜ੍ਹਦਾ ਸੌਦਾ ਖੁਦ ਚੱਕ, ਕਹਿੰਦਾ ਪਰ ਤੂੰ ਵੀ ਮਹਾਨ। ਆਖੋ ਸਤਿਨਾਮ। ਤੂੰ ਵੀ ਬਸ ਸਿਰ ਹੀ ਹੈ। ਇਹ ਤੋਂ ਉੱਪਰ ਕੀ ਹੁੰਦਾ, ਤਾਰੀਫ ਹੈ। ਕਹਿੰਦੇ ਪੰਡਤਾਂ ਨੇ ਤਾਰੀਫਾਂ ਕੀਤੀਆਂ, ਵੇਲਾਂ ਵਧਾਈਆਂ, ਸ਼ੁਭ ਲਗਨ ਮਹੂਰਤ ਦੀਆਂ ਗੱਲਾਂ ਕੀਤੀਆਂ। ਬਰਾਤ ਖੁਸ਼ੀ ਖੁਸ਼ੀ ਨੱਚਦੀ ਨੱਚਦੀ ਪਹੁੰਚ ਗਈ ਸਤਿਗੁਰਾਂ ਦੇ ਨਗਰ। ਤੇ ਅੱਗੇ ਜਦੋਂ ਬਰਾਤ ਪਿੰਡ 'ਚ ਜਾਂਦੀ ਸੀ, ਪਿੰਡ ਵਾਲੇ ਸਾਰੇ ਬਾਹਰ ਆ ਜਾਂਦੇ ਸੀ ਵੀ ਸਾਡੇ ਮਹਿਮਾਨ ਨੇ। ਸਾਰਾ ਪਿੰਡ, ਚਾਹੇ ਕੋਈ ਲੜਿਆ ਹੋਇਆ, ਚਾਹੇ ਕੋਈ ਨਾਲ ਲੈ ਹੁਣ ਤੇ ਸਕੇ ਭਰਾ ਦੀ ਧੀ ਦੇ ਘਰ ਬਰਾਤ ਆਵੇ ਤੇ ਉਹ ਥੱਲੇ ਨਹੀਂ ਉਤਰਦੇ। ਕਹਿੰਦੇ ਸਾਨੂੰ ਕਿਹੜਾ ਬੁਲਾਇਆ, ਅਸੀਂ ਕਿਉਂ ਲਾਈਏ, ਨਫ਼ਰਤਾਂ ਬੜੀਆਂ। ਉਹਨਾਂ ਸਮਿਆਂ 'ਚ ਕਹਿੰਦੇ ਜਦੋਂ ਪਿੰਡ ਨੂੰ ਪਤਾ ਲੱਗਿਆ, ਰਾਏ ਬੁਲਾਰ ਸਾਹਿਬ ਆਪ ਵੀ ਬਾਹਰ ਆਏ, ਸਤਿਗੁਰਾਂ ਦੇ ਪਿਤਾ ਵੀ ਬਾਹਰ ਆਏ। ਹੁਣ ਲੜਕੀ ਵਾਲੇ ਆਮ ਤੌਰ ਤੇ ਪੈਦਲ ਚੱਲ ਕੇ ਬਾਹਰ ਆਉਂਦੇ ਸੀ, ਇੱਕ ਸਤਿਕਾਰ ਕਰਦੇ ਸੀ ਵੀ ਉਹ ਵੱਡੇ ਆ, ਲੈਣ ਆਏ ਆ ਤੇ ਸਾਡੀ ਧੀ ਦਾ ਘਰ ਹੈ, ਧੀ ਦੇ ਘਰ ਵਾਲੇ ਵੱਡੇ ਨੇ। ਸੋਚਦੇ ਆ ਹੁੰਦੀ ਸੀ। ਹੁਣ ਲੋਕਾਂ ਨੇ ਕੰਮ ਹੋਰ ਫੜ ਲਿਆ, ਕਹਿੰਦੇ ਧੀ ਵਾਲੇ ਛੋਟੇ ਹੁੰਦੇ ਜੀ, ਮੁੰਡੇ ਵਾਲੇ ਵੱਡੇ ਹੁੰਦੇ। ਹੁਣ ਇੱਧਰ ਨੂੰ ਹੋ ਗਏ। ਸੋਚ ਸਹੀ ਸੀ, ਮਾੜੀ ਨਹੀਂ ਸੀ ਵੀ ਜਿਹੜੇ ਘਰ ਸਾਡੀ ਧੀ ਨੇ ਵਸਣਾ ਹੈ ਉਹ ਸਦਾ ਵਸਦਾ ਰਹੇ, ਸਦਾ ਉੱਚਾ ਰਹੇ, ਸਦਾ ਵੱਡਾ ਰਹੇ। ਤੇ ਖਿਆਲ ਕਿਹੜੇ ਪਾਸੇ ਚਲੇ ਗਏ। ਸਾਰਾ ਪਿੰਡ ਬਾਹਰ ਆ ਗਿਆ। ਰਾਏ ਬੁਲਾਰ ਸਾਹਿਬ ਆਪ ਆਏ ਨੇ, ਇੰਨੇ ਖੁਸ਼ ਨੇ, ਅੱਖਾਂ ਭਰੀਆਂ ਹੋਈਆਂ ਨੇ। ਸਾਡੀ ਧੀ ਦਾ ਵਿਆਹ ਹੈ, ਧੀ ਦਾ ਵਿਆਹ। ਕਿੱਡੀ ਪੱਕੀ ਸਾਂਝ ਹੈ ਜੀ। ਭਾਈ ਬਾਲਾ ਜੀ ਕਹਿੰਦੇ ਅਸੀਂ ਵੀ ਤਿਆਰ ਬਰ ਤਿਆਰ ਸੀ। ਸਾਨੂੰ ਬੜੀ ਖੁਸ਼ੀ ਸੀ ਵੀ ਸਾਡੀ ਭੈਣ ਦਾ ਵਿਆਹ ਏ ਤੇ ਅਸੀਂ ਵੀ ਇਸ ਵਿਆਹ ਦੇ ਵਿੱਚ ਆਏ ਬਰਾਤੀਆਂ ਦੀ ਸੇਵਾ ਕਰਨੀ ਹੈ। ਅੱਗੇ ਸੇਵਾ ਦਾ ਬਹੁਤ ਸੰਦਰਭ ਸੀ, ਬੜਾ ਵੱਡਾ ਕਨਸੈਪਟ ਸੀ। ਬਰਾਤੀਆਂ ਦੀ ਖੂਬ ਸੇਵਾ ਹੋਣੀ, ਕਈ ਕਈ ਦਿਨ ਉਹਨਾਂ ਨੇ ਰੁਕਣਾ ਉੱਥੇ, ਇੱਕ ਦਿਨ 'ਚ ਥੋੜਾ ਮੁੜ ਜਾਂਦੇ ਸੀ। ਜੇ ਅੱਜ ਬਰਾਤ ਆਈ ਹੈ ਜੀ, ਸ਼ਾਮ ਦਾ ਦਿਨ ਹੈ, ਰਾਤ ਇੱਥੇ ਕੱਟਣੀ ਹੈ, ਦੂਜਾ ਦਿਨ ਰਹਿ ਕੇ ਹੋ ਸਕਦਾ ਤੀਜੇ ਦਿਨ ਜਾਣ। ਉਹੀ ਸਮਾਂ ਹੁੰਦਾ ਸੀ ਪ੍ਰਵਾਨਚਾਰੀ ਦਾ, ਕੁਰਬਾਚਾਰੀ ਦਾ, ਸੇਵਾ ਕਿੰਨੀ ਹੋ ਰਹੀ ਹੈ। ਬਸ ਉਹੀ ਚੀਜ਼ ਵੱਡੀ ਸੀ, ਇਹੀ ਸੇਵਾ ਹੁੰਦੀ ਸੀ। ਹੁਣ ਜਿਸ ਵੇਲੇ ਸਾਰੀ ਬਰਾਤ ਆਈ, ਕਹਿੰਦੇ ਸਾਰਾ ਪਿੰਡ ਅੱਗੋਂ ਲੈਣ ਆਇਆ, ਜੀ ਆਇਆਂ ਆਖਿਆ,
ਫੁੱਲਾਂ ਦੀ ਬਰਸਾਤ ਕੀਤੀ, ਬੜਾ ਮਾਣ ਸਤਿਕਾਰ ਕੀਤਾ ਏ। ਮਨ ਹੋਏ ਉਦਾਰ ਧਨ ਬਰਖੇ, ਸਭ ਪਾਵੇ ਰੰਕ ਹਿਰਦੇ ਹਰਖੇ। ਜਦੋਂ ਇਸ ਬਰਾਤ ਨੇ ਆ ਕੇ ਰਾਏ ਭੋਏ ਦੀ ਤਲਵੰਡੀ ਵਿੱਚ ਕਹਿੰਦੇ ਮਾਇਆ ਖਿਲਾਰੀ, ਪੈਸੇ ਤੇ ਗਰੀਬਾਂ ਦੇ ਚੁੱਕੇ ਜੀ ਬੜੇ ਚਾਅ ਨਾਲ। ਵੀ ਅੱਜ ਕੱਲ੍ਹ ਤੇ ਬਰਾਤਾਂ 'ਚ ਸੂਮ ਜੇ ਬੰਦੇ ਹੁੰਦੇ ਆ, ਇੱਕ ਲਾਲ ਦੀ ਥੈਲੀ ਫੜ ਕੇ ਪੈਸੇ ਵੀ ਉਹ ਸੁੱਟਦਾ ਜਿਹੜੇ ਆਰਬੀ ਨੇ ਬੰਦ ਕੀਤੇ ਹੁੰਦੇ ਆ। ਪੰਜੀਆਂ ਦਸੀਆਂ ਚੁੱਕਣ ਵਾਲਾ ਵੀ ਕਹਿੰਦਾ ਪੈਰ ਮਾਰ ਕੇ ਪਰਾਂ ਕਰ, ਉਹ ਇਹ ਕਿਹੜਾ ਚੱਲਦੇ ਆ। ਹੁਣ ਤੇ ਇੱਥੇ ਫਿਰਦੀ ਆ ਲੋਕਾਂ ਦੀ ਮਾਇਆ ਮਾਇਆ ਚਾਰੇ ਪਾਸੇ। ਡੀਜੇ ਵਾਲਾ ਜਿੰਨੇ ਮਰਜ਼ੀ ਲੈ ਜੇ, ਨੱਚਣ ਵਾਲਾ ਜਿੰਨੇ ਮਰਜ਼ੀ ਲੈ ਜਾਣ, ਕਲਾਕਾਰ 11 ਲੱਖ ਲੈ ਜੂ। ਪਰ ਜਿੱਦਣ ਕਿਤੇ ਕਿਸੇ ਗ੍ਰੰਥੀ ਪਾਠੀ ਨੇ ਕਹਿਤਾ ਨਾ ਵੀ ਆਨੰਦ ਕਾਰਜ ਦੀ ਭੇਟਾ 3100 ਜਿਨ੍ਹਾਂ ਦੀਆਂ ਅਰਦਾਸਾਂ ਕੀਤੀਆਂ ਵੀ ਗੁਰਮੁਖ ਪਿਆਰੇ ਨੇ, ਮੈਂ ਕਹਿੰਦਾ ਜਾਨ ਸੁੱਕ ਜਾਂਦੀ ਉਹਨਾਂ ਦੀ। ਆਖੋ ਸਤਿਨਾਮ। ਗੁਰਮੁਖ ਪਿਆਰਾ ਜਦੋਂ 11 ਲੱਖ ਦਿੰਦਾ ਨਾ, ਨੱਚਣ ਵਾਲੀ ਤੋਂ ਸੁੱਟਦਾ ਲੋਕ। ਮੈਂ ਕਹਿੰਦਾ ਉਦੋਂ ਤੇ ਗੁਰਮੁਖ ਆਏ ਨੱਚ ਨੱਚ ਕੇ ਆਉਂਦੇ ਨੇ ਵੀ ਕਿਤੇ ਰੱਬ ਪਹੁੰਚ ਗਿਆ। ਪਰ ਉਸੇ ਗੁਰਮੁਖ ਪਿਆਰੇ ਨੂੰ ਦੱਸਿਆ ਜਾਵੇ ਵੀ ਆਨੰਦ ਕਾਰਜ ਦੀ ਭੇਟਾ ਕੜਾਹ ਪ੍ਰਸ਼ਾਦ ਵੀ ਵਿੱਚ ਹੀ ਹੈ ਜੀ, ਰੁਮਾਲਾ ਸਾਹਿਬ ਵੀ ਸ਼ਹਿਨਸ਼ਾਹ ਦਾ ਵਿੱਚ ਹੀ ਹੈ, ਸਭ ਕੁਝ ਹੈ। ਤੇ ਰਾਗੀਆਂ ਦੀ ਭੇਟਾ ਵੀ 3100 ਚ ਪ੍ਰਾਣ ਨਿਕਲ ਜਾਂਦੇ। ਕਹਿੰਦੇ ਬਾਬਾ ਜੀ ਲੂਟ ਬਚਾ ਰੱਖੀ ਹੈ। ਇੱਥੇ ਖੜੇ ਲੋਕ, ਫਿਰ ਕੀ ਹੋਊਗਾ ਜੀ? ਜਿਹੜਾ ਅਸਲ ਆਨੰਦ ਕਾਰਜ ਸੀ ਉੱਥੇ ਤੇ ਜਾਨ ਸੁੱਕ ਗਈ। ਜਿੱਥੇ ਮਤਲਬ ਹੀ ਕੋਈ ਨਹੀਂ ਸੀ, ਬਰਬਾਦੀ ਸੀ, ਉੱਥੇ ਲਾਇਆ 60 ਲੱਖ ਦਿੰਦਾ। ਤੇ ਮੈਂ ਕਹਿੰਦਾ ਇਹੋ ਜਿਹੇ ਬਸ਼ਰਮਾਂ ਦੀ ਅਰਦਾਸ ਨਹੀਂ ਕਰਨੀ ਚਾਹੀਦੀ ਵੀ ਗੁਰਮੁਖ ਪਿਆਰੇ ਆ। ਸਿੱਧਾਰਥ ਕੁਮਾਰ ਜੇ ਕੁੱਕੜ ਖਾ ਕੇ ਆਏ ਨੇ, ਜਾ ਕੇ ਦਾਰੂ ਪੀ ਕੇ ਆਉਣਗੇ, ਫੇਰ ਜਾਣਗੇ। ਬਸ ਤੁਸੀਂ ਆਪ ਹੀ ਵੇਖ ਲਓ ਵੀ ਕਿਹੜੇ ਪਿਆਰੇ ਨੇ। ਆਖੋ ਸਤਿਨਾਮ। ਉਹ ਮੇਰੇ ਵਰਗਾ ਖੜਾ ਕਹੀ ਜਾਂਦਾ ਗੁਰਮੁਖ ਪਿਆਰੇ ਆਏ ਜੀ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਭਾਗਾਂ ਵਾਲੇ ਨੇ। ਤੇ ਉਹਨਾਂ ਭਾਗਾਂ ਵਾਲਿਆਂ ਨੂੰ ਫਿਰ ਵਿਖਾਓ ਜਾ ਕੇ ਵੀ ਇੱਥੇ ਤੇ ਕਦੀ ਸੋਚਦਾ ਨਿਕਲ ਗਈ ਸੀ। ਉੱਥੇ ਕੀ ਹੈ? ਉਹ ਕਹਿੰਦਾ ਪਰਾਂ ਹੋ ਜਾ, 2000 ਦਾ ਨੋਟ ਸੱਟਣਾ, ਨੱਚਦੀ ਬਹੁਤ ਸੋਹਣਾ ਹੈ। ਆਹ ਹਾਲ ਆ ਸਾਡੇ ਲੋਕਾਂ ਦਾ, ਜਿਹਦੇ ਗੋਡੇ ਨਹੀਂ ਤੁਰਦੇ ਉਹ ਵੀ ਨੱਚਦਾ ਹੁੰਦਾ ਉੱਥੇ। ਨੋਟ ਕਰ ਲਿਓ, ਗੁਰਦੁਆਰੇ ਕਿੰਨਿਆਂ ਦੇ ਗੋਡੇ ਦੁਖਦੇ ਆ। ਕੱਲੀ ਕੱਲੀ ਬੀਬੀ, ਕੱਲੀ ਕੱਲੀ ਭੈਣ ਤੇ ਕੱਲਾ ਕੱਲਾ ਵੀਰ। ਤੇ ਜਦੋਂ ਵਿਆਹ 'ਚ ਜਾਓਗੇ ਨਾ, ਫਿਰ ਦੇਖਿਓ ਫਿਰ ਡਿਸਕੋ ਡਾਂਸ ਕਿੱਦਾਂ ਚੱਲਦੇ। ਭੈਣ ਜੀ ਗੋਡਾ ਕਿਹੜਾ ਦੁਖਦਾ ਸੀ? ਭਾਈ ਸਾਹਿਬ ਤੁਹਾਡੇ ਤੋਂ ਉੱਥੇ ਬੈਠਿਆ ਨਹੀਂ ਸੀ ਜਾਂਦਾ, ਤੁਸੀਂ ਤੇ ਸਤਸੰਗ 'ਚ ਬਹਿ ਹੀ ਨਹੀਂ ਸਕਦੇ। ਪਾਠ ਹੋਵੇ ਤਾਂ ਤੁਸੀਂ ਕੰਧਾਂ ਨਾਲ ਲੱਗ ਲੱਗ ਬਹਿਨੇ ਹੋ। ਹੁਣ ਕਹਿੰਦਾ ਪਰਾ ਹੋਇਆ ਯਾਰ, ਕਹਿੰਦਾ ਬਸ ਨਜ਼ਾਰਾ ਹੀ ਵੱਖਰਾ ਹੈ। ਲਿਆ ਗੋਲ ਗੱਪੇ, ਲਿਆ ਟਿੱਕੀ, ਚੱਲ ਰਿਹਾ ਕੰਮ। ਕਿਉਂਕਿ ਬਿਰਤੀ ਸਾਡੀ ਉੱਥੇ ਖੜੀ ਹੈ। ਤੇ ਫਿਰ ਸਤਸੰਗ ਕਿੱਥੋਂ ਹੋਊਗਾ? ਗੁਰਮੁਖੋ, ਧਰਮ ਨੂੰ ਅਸੀਂ ਕਿਹੜੇ ਪਾਸੇ ਲੈ ਗਏ ਆ? ਉਹਨਾਂ ਸਮਿਆਂ ਵਿੱਚ ਕਹਿੰਦੇ ਜਿਸ ਵੇਲੇ ਬਰਾਤ ਆਈ, ਪੰਡਿਤ ਵਿੱਚ ਵਿਚਾਲੇ ਖੜੇ ਨੇ, ਦੋਨੇ ਧਿਰਾਂ ਦੇ ਪੰਡਿਤ ਖੜ ਕੇ ਗਲ ਮਿਲੇ ਨੇ, ਮੰਤਰਾਂ ਦਾ ਜਾਪ ਕੀਤਾ। 1.5 ਘੰਟਾ ਬਰਾਤ ਦਰਵਾਜ਼ੇ ਤੇ ਖੜੀ ਰਹੀ ਆ ਉੱਥੇ ਪਿੰਡ ਤੋਂ ਬਾਹਰ। 1.5 ਘੰਟਾ। ਹੁਣ ਤੇ 1.5 ਘੰਟੇ ਚ ਅਗਲੇ ਵਿਆਹ ਕਰਾ ਕੇ ਜੇ ਚਲੇ ਜਾਂਦੇ ਆ। 20-25 ਮਿੰਟਾਂ ਜਾਨ ਨਿਕਲ ਜਾਂਦੀ ਜੇ ਗੁਰਦੁਆਰੇ ਲੱਗ ਜਾਣ, ਔਖਾ ਹੋ ਜਾਂਦਾ ਹੈ। 1.5 ਘੰਟਾ ਮੰਤਰਾਂ ਦਾ ਜਾਪ ਹੋਇਆ। ਵੇਖੋ ਕਿੱਡੀ ਸੱਚੀ ਸੁੱਚੀ ਸ਼ਰਧਾ ਹੋਊਗੀ ਲੋਕਾਂ ਦੀ। ਖੁਸ਼ੀ ਚ ਆਏ ਹੋਏ ਨੇ ਤੇ ਖੜੇ ਨੇ। ਕਹਿੰਦੇ ਮੰਤਰਾਂ ਦੇ ਜਾਪ ਤੋਂ ਬਾਅਦ ਮਿਲਣੀਆਂ ਹੋਈਆਂ, ਦੋਨੇ ਧਿਰਾਂ ਨੂੰ ਇੱਕ ਦੂਜੇ ਨਾਲ ਮਿਲਾਇਆ ਗਿਆ ਏ। ਕਬਿਤ ਬਾਗਤ ਨਗਾਰੇ ਬਹੁ ਬੇਦਿਨ, ਅਖਾਰੇ ਹੋਤ ਕੋਤਕ ਨਿਹਾਰੇ ਮਨ ਰਹੇ, ਹੈਨ ਲੋ ਭਾਈ ਕੇ। ਜਿਸ ਵੇਲੇ ਕਹਿੰਦੇ ਬਰਾਤ ਮਿਲਣੀ ਹੋਈ, ਫੋਟੋਆਂ ਚਾਹੀ ਦੋਨੇ ਪਾਸੇ, ਬੜਾ ਪਿਆਰ ਵੰਡਿਆ ਗਿਆ। ਕਹਿੰਦੇ ਜਦੋਂ ਬਰਾਤ ਅੱਗੇ ਗਈ ਨਾ, ਪਿੰਡ ਦੇ ਖੇਤਾਂ ਦੇ ਵਿੱਚ, ਗਰਾਊਂਡ ਦੇ ਵਿੱਚ ਛਿੰਝ ਪੈ ਰਹੀ ਸੀ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ। ਅੱਗੇ ਇਦਾਂ ਦੇ ਹੁੰਦੇ ਸੀ, ਤਾਂ ਹੀ ਇਹਨੇ ਦਿਨ ਲੱਗ ਜਾਂਦੇ ਸੀ ਤੇ ਰਿਸ਼ਤੇ ਕਿੱਡੇ ਪੱਕੇ ਸੀ। ਛਿੰਝਾਂ ਪੈਂਦੀਆਂ ਨੇ, ਕਬੱਡੀਆਂ ਖੇਡੀਆਂ ਜਾ ਰਹੀਆਂ ਨੇ, ਮੱਲ ਅਖਾੜਿਆਂ 'ਚ ਕੁਸ਼ਤੀ ਕਰਦੇ ਆ ਤੇ ਬਰਾਤੀ ਵੇਖ ਵੇਖ ਖੁਸ਼ ਹੁੰਦੇ ਆ। ਉੱਥੇ ਦੁੱਧ ਛਕਾਇਆ ਗਿਆ, ਪਦਾਰਥ ਛਕਾਏ। ਕਹਿੰਦੇ 1.5 ਤੋਂ 2 ਘੰਟੇ ਖੇਡਾਂ ਵੇਖੀਆਂ ਗਈਆਂ। ਏਸੀ ਆਓ ਭਗਤ, ਏਸੀ ਸਤਿਕਾਰ। ਤੇ ਅੱਜ ਸਾਡੇ ਕੋਲ ਨੱਚਣ ਟੱਪਣ ਤੋਂ ਬਿਨਾਂ ਕੰਮ ਹੈ ਕੋਈ? ਕਹਿੰਦੇ ਅਸੀਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਜਿੰਨਾ ਇੱਥੇ ਮਾੜਾ ਕੰਮ ਹੁੰਦਾ ਕਿਤੇ ਹੋਰ ਹੁੰਦਾ। ਜਿੰਨੀ ਬੁਰੀ ਨੀਅਤ, ਜਿੰਨੀ ਮਾੜੀ ਸੋਚ ਸਾਡੇ ਲੋਕਾਂ ਦੀ ਬਣ ਗਈ, ਹੁੰਦਾ ਕਿਤੇ ਜੀ? ਪਾਠ ਕਰਿਆ, ਅਖੰਡ ਪਾਠ ਸਾਹਿਬ ਰਖਾਇਆ ਹੋਵੇ, ਅਸੀਂ ਬਹਿ ਕੇ ਨਹੀਂ ਸੁਣ ਸਕਦੇ, ਟਾਈਮ ਹੀ ਨਹੀਂ ਹੈ ਸਾਡੇ ਕੋਲ। ਸਹਿਜ ਪਾਠ ਰੱਖਿਆ ਹੋਵੇ, ਭੋਗ ਤੇ ਆ ਜਾਾਂਗੇ, ਅਰਦਾਸ ਤੇ ਆ ਜਾਾਂਗੇ, ਕੋਈ ਮਤਲਬ ਨਹੀਂ ਸੁਣਨ ਦਾ। ਪਰ ਜਦ ਵਿਆਹ ਦੇ ਵਿੱਚ ਕਿਤੇ ਨਾ ਕੋਈ ਗਾਉਣ ਵਜਾਉਣ ਚੱਲਦਾ ਹੋਵੇ, ਮੈਂ ਕਹਿੰਦਾ ਬਾਬੇ ਬਹਿ ਬਹਿ ਕੇ ਵੇਖਦੇ, ਅੱਖ ਵੀ ਨਹੀਂ ਹਰਕਦੇ। ਬਜ਼ੁਰਗਾਂ ਦੇ ਹਾਲ ਇੰਨੇ ਮਾੜੇ ਹੋ ਗਏ, ਸਾਡੇ ਸਾਰੇ ਦੇ ਹੀ ਹਾਲ ਨੇ। ਕਿਉਂ? ਕਿਤੇ ਨਾ ਕਿਤੇ ਗੁਰੂ ਦੀ ਮਿਹਰ ਤੋਂ ਦੂਰ ਹਾਂ। ਕਹਿੰਦੇ ਜਦ ਛਿੰਝਾਂ ਪਈਆਂ, ਬੜਾ ਕੁਝ ਹੋਇਆ, ਬਾਜੀਗਰ ਆਏ, ਬਾਜੀਆਂ ਪਾਈਆਂ,
ਬਰਾਤੀ ਪੈਸੇ ਵਾਰਦੇ ਆ, ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਨਗਾਰੇ ਵਜਾਏ ਗਏ ਬੇਦੀਆਂ ਵੱਲ। ਨਗਾਰੇ ਇਹ ਕੀ ਹੈ? ਹੌਸਲੇ ਦਾ ਪ੍ਰਤੀਕ ਹੈ। ਅੱਜ ਵੀ ਨਗਾਰੇ ਅਰਦਾਸਾਂ ਦੇ ਵਿੱਚ ਵੱਜਦੇ ਆ ਹਰ ਗੁਰੂ ਘਰ ਦੇ ਵਿੱਚ। ਉੱਚੀ ਉੱਚੀ ਨਗਾਰੇ ਢੋਲਾਂ ਤੇ ਟੱਗੇ ਲਾਏ ਨੇ। ਭਾਈ ਕੈ ਨਦੀਸ਼ ਕੋ ਬਰਾਤ ਨੈ ਨਵੀਸ਼ ਕੀਨੋ ਅਠਈ ਦਨੀਸ਼ ਕੋ ਉਤਾਸ਼ਨ ਜਗਾਈ ਕੈ। ਕਹਿੰਦੇ ਅੱਜ ਦਾ ਦਿਨ ਜਦੋਂ ਬਰਾਤ ਆਈ ਆ, ਉਹਨਾਂ ਨੂੰ ਜੀ ਆਇਆ ਆਖ ਕੇ ਛਿੰਝ ਮੇਲੇ ਤੋਂ ਬਾਅਦ ਪਿੰਡ ਵਿੱਚ ਪ੍ਰਵੇਸ਼ ਕਰਾਇਆ ਗਿਆ, ਜਿੱਥੇ ਮੰਜੇ ਇਕੱਠੇ ਕੀਤੇ ਸੀ, ਬਹੁਤ ਵੱਡਾ ਥਾਂ ਸੀ, ਧਰਮਸ਼ਾਲਾ ਰੋਕਿਆ ਗਿਆ। ਰਾਤ ਕੱਟੀ ਬਰਾਤ ਨੇ ਉੱਥੇ। ਕਹਿੰਦੇ ਰਾਤ ਨੂੰ ਮਸਾਲਾਂ ਜਗਾਈਆਂ ਗਈਆਂ, ਸਾਰੇ ਪਿੰਡ ਵਿੱਚ ਦੀਪਮਾਲਾ ਕੀਤੀ। ਆ ਸੀ ਪਿਆਰ। ਪਿੰਡ ਵਿੱਚ ਇੱਕ ਧੀ ਦਾ ਵਿਆਹ ਹੈ, ਹਰ ਘਰ ਦੇ ਵਿੱਚ ਰੋਸ਼ਨੀ ਹੈ, ਦੀਵਾਲੀ ਬਣ ਰਹੀ ਹੈ ਜੀ। ਕਿੰਨਾ ਸਮਾਂ ਸੋਹਣਾ ਹੋਣਾ, ਕਿੰਨਾ ਸੁਹਾਵਣਾ ਵਕਤ ਹੋਣਾ। ਕਹਿੰਦੇ ਰਾਤ ਭਰ ਲੋਕਾਂ ਨੇ ਆਏ ਬਰਾਤੀਆਂ ਦੀ ਸੇਵਾ ਕੀਤੀ, ਭੋਜਨ ਛਕਾਇਆ, ਬਰਤਨ ਚੰਗੇ ਨੇ, ਬਿਸਤਰੇ ਦਿੱਤੇ ਨੇ, ਰਾਤ ਸੁੱਖਾਂ ਨਾਲ ਬਤੀਤ ਹੋਈ ਹੈ। ਭਾਵਰੇ ਕੋਲੀ ਸਭ ਦਿਜਨ ਕੋ ਦਾਨ ਦੇ ਅੰਗਣਾ ਸੁਣਾਈ ਗਰ ਗੀਤਨ ਕੋ ਗਾਏ ਕੈ। ਸਵੇਰ ਦਾ ਵੇਲਾ ਹੋਇਆ, ਬਰਾਤੀ ਤਿਆਰ ਹੋਣ ਲੱਗ ਪਏ, ਕਿਉਂਕਿ ਅੱਜ ਵਿਆਹ ਦਾ ਦਿਨ ਹੈ। ਬਸ ਫਿਰ ਬੀਬੀਆਂ ਨੇ ਆਪਣੀ ਮਰਿਆਦਾ ਵਾਲੀ ਪਿਰਤ ਪਾਈ, ਗਾਉਣਾ ਸ਼ੁਰੂ ਕੀਤਾ। ਨੱਚਣ ਗਾਉਣ ਵਾਲੇ ਆ ਕੇ ਜਿਹੜੇ ਮੰਗਣ ਵਾਲੇ ਹੁੰਦੇ ਆ, ਇੱਕ ਪਾਸੇ ਬ੍ਰਾਹਮਣ ਬੈਠੇ ਆ, ਝੋਲੀਆਂ ਭਰਾਈ ਜਾਂਦੇ, ਉਹਨਾਂ ਨੂੰ ਵਾਹ ਵਧਾਈ ਇਕੱਠੀ ਪੈਂਦੀ ਆ, ਸਾਰੇ ਗਾਉਂਦੇ ਆ। ਮਨ ਸਤਿਕਾਰ ਹੈ ਜੀ, ਧਰਮ ਦੇ ਮੁਤਾਬਕ ਉਹਨੂੰ ਇੱਜ਼ਤ ਕਰਦੇ ਆ ਅਗਲੇ। ਤੇ ਦੂਜੇ ਪਾਸੇ ਕਹਿੰਦੇ ਗਾਉਣ ਵਜਾਉਣ ਵਾਲੇ ਜਿਹੜੇ ਆਏ ਹੋਏ ਸੀ ਨਾ, ਉਹਨਾਂ ਨੂੰ ਮਾਇਆ ਮਿਲੀ ਤੇ ਬੀਬੀਆਂ ਨੇ ਫਿਰ ਸਿੱਠਣੀਆਂ ਸ਼ੁਰੂ ਕਰਤੀਆਂ। ਇਹ ਵੀ ਪੁਰਾਣੇ ਹਿੱਸਾ ਹੈ, ਚੱਲਿਆ ਆਉਂਦਾ। ਮੈਂ ਬਹੁਤਾ ਵਿਸਥਾਰ ਇਸ ਚੀਜ਼ ਦਾ ਨਾ ਕਰਾਂ, ਸਭ ਨੂੰ ਪਤਾ ਸਿੱਠਣੀਆਂ ਕੀ ਹੁੰਦੀਆਂ। ਦੋਨੇ ਤਰਫਾਂ ਤੋਂ ਸਿੱਠਣੀਆਂ ਦਿੱਤੀਆਂ ਨੇ, ਰੌਲੇ ਪਾਏ ਗਏ, ਖੁਸ਼ੀ ਮਨਾਈ ਜਾਂਦੀ ਹੈ। ਦੋ ਕੁਲ ਰੀਤ ਕੀਨ ਦਾਇਜ ਬਹੁਤ ਦੀਨ ਵਡੋ ਜਸ ਲੀਨ ਸਭ ਰਹੇ ਹਰ ਖਾਈ ਕੈ। ਦੁਪਹਿਰ ਦਾ ਸਮਾਂ ਹੋਇਆ, ਬਹੁਤ ਵੱਡਾ ਮੰਡਪ ਤਿਆਰ ਕੀਤਾ ਗਿਆ, ਕਿਉਂਕਿ ਪਿਤਾ ਜੀ ਸਨਾਤਨ ਮਤ ਨਾਲ ਜੁੜੇ ਨੇ, ਖੱਤਰੀ ਧਰਮ ਹੈ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਵਿਆਹ ਵੇਲੇ ਉਹ ਇਸ ਚੀਜ਼ ਦਾ ਬਾਈਕਾਟ ਕਰਨਗੇ। ਇੱਥੇ ਕਿਉਂ ਨਹੀਂ ਬੋਲੇ? ਸੋਚਣ ਵਾਲੀ ਗੱਲ ਹੈ। ਉਹ ਜਾਣਦੇ ਆ ਵੀ ਵੱਡੇ ਕਰ ਰਹੇ ਨੇ, ਵੱਡਿਆਂ ਦੇ ਵਿੱਚ ਅਸੀਂ ਨਹੀਂ ਆਉਣਾ, ਸਤਿਕਾਰ ਆਉਣਾ। ਵੱਡੇ ਜੋ ਕਰਦੇ ਆ ਠੀਕ ਹੈ, ਹੋ ਸਕਦਾ ਸਾਨੂੰ ਨਾ ਫਿੱਟ ਹੋਵੇ। ਕਹਿੰਦੇ ਜੀ ਵਿਆਹ ਦਾ ਸਮਾਂ ਆਇਆ, ਮੰਡਪ ਰੱਖੇ ਗਏ, ਸਾਰਾ ਪਰਿਵਾਰ ਇਕੱਠਾ, ਦੋਨੇ ਪਾਸੇ ਪੰਡਤਾਂ ਨੇ ਮੰਤਰ ਪੜ੍ਹੇ। ਉਸ ਤੋਂ ਬਾਅਦ ਫੇਰਿਆਂ ਦੀ ਰਸਮ ਅਦਾ ਕੀਤੀ ਗਈ। ਤੇ ਅੱਗੇ ਫੇਰੇ ਜਿਹੜੇ ਹੁੰਦੇ ਸੀ ਨਾ ਜੀ, ਪੰਡਤਾਂ ਦੀਆਂ ਰੀਤਾਂ ਸੀ। ਪਹਿਲਾਂ ਤੇ ਫੇਰੇ ਹੋਣੇ ਅੱਗ ਵਾਲੇ, ਫੇਰ ਹੋਣੇ ਪਿੱਪਲ ਦੁਆਲੇ। ਬਹੁਤਿਆਂ ਚ ਸਾਡੇ ਨੂੰ ਅੱਜ ਪਤਾ ਹੀ ਨਹੀਂ ਨਾ ਚੀਜ਼ਾਂ ਦਾ। ਪਿੱਪਲ ਦੇ ਦੁਆਲੇ ਫੇਰੇ ਦੇਣੇ ਉਹਨਾਂ ਨੇ 7 ਫੇਰੇ। ਕਿਉਂ? ਵੀ ਜਿਵੇਂ ਪਿੱਪਲ ਦੀ ਜੜ ਹਰੀ ਹੈ, ਲੰਮੇ ਸਮੇਂ ਤੱਕ ਹੈ, ਦੋਨੇ ਪਰਿਵਾਰਾਂ ਦੀਆਂ ਜੜਾਂ ਲੰਬੇ ਸਮੇਂ ਤੱਕ ਜੁੜੀਆਂ ਰਹਿਣ, ਭਾਵ ਹੁੰਦੇ ਸੀ। ਕਹਿੰਦੇ ਜੀ ਪਿੱਪਲ ਦੇ ਫੇਰੇ ਦਵਾਏ ਗਏ। ਚਲੋ ਜੋ ਵੀ ਹੋਇਆ, ਗੁਰੂ ਨਾਨਕ ਸਾਹਿਬ ਮਹਾਰਾਜ ਐਜ਼ ਏ ਰਿਸ਼ਤੇਦਾਰੀ ਖੜੇ ਨੇ, ਦੇਖ ਰਹੇ ਨੇ, ਉਹਨਾਂ ਕੋਈ ਧਰਕ ਨਹੀਂ ਕੀਤੀ, ਕੁਝ ਚੰਗਾ ਮਾੜਾ ਨਹੀਂ ਹੋਇਆ। ਹੁਣ ਸ਼ਾਮ ਦਾ ਵੇਲਾ, ਡੋਲੀ ਤੁਰਨ ਦਾ ਸਮਾਂ ਆਇਆ ਜੀ। ਤੇ ਪਿਤਾ ਜੀ ਨੇ ਖੁਸ਼ ਹੋ ਕੇ ਰਾਏ ਬੁਲਾਰ ਜੀ ਨੂੰ ਮਿਲ ਕੇ ਘੋਸ਼ਣਾ ਕੀਤੀ ਗਈ, ਦਾਜ ਪੁਰਾਣੇ ਸਮੇਂ ਦਿੱਤਾ ਜਾਂਦਾ ਸੀ, ਜਿਹਨੂੰ ਪਗੋਲਾ ਕਹਿੰਦੇ। ਇਹ ਸਿਰਫ ਜ਼ਰੂਰਤ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ, ਗੱਡੀਆਂ ਗੁੱਡੀਆਂ ਵਾਲਾ ਕੰਮ ਥੋੜੀ ਸੀ। ਉਦੋਂ ਵੀ ਕੁੜੀ ਨੂੰ 2 ਗੱਡੇ ਦੇ ਦਿੱਤੇ, ਹਾਥੀ ਦੇ ਦਿੱਤੇ। ਚਲੋ ਅੱਜ ਦੇ ਸਮੇਂ ਲਾ ਲਓ, ਮਰਸਰੀ ਲਾ ਲਓ, ਹੋਰ ਗੱਡੀਆਂ ਬੜੀਆਂ ਨੇ। ਇਹ ਚੀਜ਼ਾਂ ਥੋੜਾ ਸੀ। ਤੇ ਲਾਲਚ ਦੀਆਂ ਹੱਦਾਂ ਨੇ, ਅੱਗੇ ਆ ਕੁਝ ਨਹੀਂ ਸੀ ਹੁੰਦਾ। ਅੱਗੇ ਸਿਰਫ ਜ਼ਰੂਰਤ ਦੀਆਂ ਵਸਤੂਆਂ, ਮੰਜੇ, ਬਿਸਤਰੇ, 25-25, 50-50 ਬਿਸਤਰੇ ਧੀ ਨੂੰ ਦੇ ਦੇ ਵੀ ਪੁੱਤਰ ਤੂੰ ਉਸ ਘਰ ਦੀ ਮਾਲਕ ਹੈ, ਤੇਰੇ ਘਰ ਜਿੰਨੇ ਰਿਸ਼ਤੇਦਾਰ ਆਉਣਗੇ ਸਭ ਲਈ ਸੋਹਣੇ ਬਿਸਤਰੇ ਹੋਣੇ ਚਾਹੀਦੇ ਆ। 30-30, 40-40 ਬਿਸਤਰੇ। ਮਾਵਾਂ ਨੇ ਕਢਾਈਆਂ ਕੱਢਣੀਆਂ, ਆਪ ਦਰੀਆਂ ਬੁਣਨੀਆਂ। ਕਹਿੰਦੇ ਮਾਂ ਤ੍ਰਿਪਤਾ ਆਪਣੀ ਧੀ ਵਾਸਤੇ ਦਾਜ ਤਿਆਰ ਕਰਦੀ ਸੀ। ਤੇ ਉਦੋਂ ਐਡਾ ਪਿਆਰ ਸੀ, ਮਾਵਾਂ ਧੀਆਂ ਇਕੱਠੀਆਂ ਬਹਿ ਬਹਿ ਕੇ ਸਮਾਂ ਬਤੀਤ ਕਰਦੀਆਂ। ਅੱਜ ਕੱਲ ਹੈ ਇੰਟਰਨੈਟ ਕਰਕੇ ਮਾਵਾਂ ਧੀਆਂ ਇੱਕ ਕਮਰੇ 'ਚ ਬਹਿ ਕੇ ਵੀ ਲੱਗ ਲੱਗੀ ਨੇ। ਆਖੋ ਸਤਿਨਾਮ। ਇੱਕ ਅਮਰੀਕਾ ਗੱਲ ਕਰਦੀ ਹੈ ਤੇ ਦੂਜੀ ਰਿਸ਼ਤੇਦਾਰੀ 'ਚ। ਕੀ ਕਰੋਗੇ? ਇਹ ਸੱਚੀਆਂ ਤੇ ਕੌੜੀਆਂ ਗੱਲਾਂ ਨੇ, ਬੜੀਆਂ ਕੌੜੀਆਂ ਨੇ। ਉਹਨਾਂ ਸਮਿਆਂ ਦੇ ਵਿੱਚ ਮਾਂ ਤ੍ਰਿਪਤਾ ਨੇ ਜੋ ਦਾਜ ਤਿਆਰ ਕੀਤਾ ਸੀ, ਸੋਹਣਾ ਸੋਹਣਾ, ਕਹਿੰਦੇ ਉਹ ਸਾਰਾ ਬਰਾਤੀਆਂ ਨੂੰ ਵਿਖਾਇਆ ਗਿਆ। ਅੱਗੇ ਵਿਖਾਉਣ ਦੀਆਂ ਬੜੀਆਂ ਰੀਤਾਂ ਹੁੰਦੀਆਂ ਸੀ, ਸਨਾਤਨ ਮਤ ਚੱਜ ਵੀ ਨੇ।
ਪਹਿਲਾਂ ਇੱਥੇ ਵਿਖਾਇਆ ਜਾਣਾ ਬਰਾਤੀਆਂ ਨੂੰ, ਉਹ ਤੋਂ ਬਾਅਦ ਜਦੋਂ ਘਰੇ ਚਲੇ ਜਾਣਾ ਉੱਥੇ ਪ੍ਰਦਰਸ਼ਨੀ ਲਾ ਲੈਣੀ ਬਹੁਤ ਵੱਡੀ ਵੀ ਕੁੜੀ ਲੈ ਕੇ ਕੀ ਆਈ ਹੈ ਜੀ। ਅੱਗੇ ਸੀ ਇਹ ਮੁਝੇ ਕਹਿੰਦੇ ਸਾਰਾ ਕੁਝ ਵੇਖਿਆ, ਬਰਾਤੀ ਬੜੇ ਖੁਸ਼ ਹੋਏ। ਜਿੰਨੇ ਬਰਾਤੀ ਆਏ ਸਭ ਨੂੰ ਮਾਇਆ ਨਾਲ ਸਨਮਾਨ ਕੀਤਾ ਗਿਆ, ਸਭ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ ਨੇ। ਇਨੋ ਪਬਾ ਅਬ ਰਾਮ ਜੋਜ ਰਾਮ ਪੁਨ ਗਇਓ ਨਿਜ ਧਾਮ ਮਨ ਆਨੰਦ ਬੜਾਈ ਕੇ। ਰਾਏ ਬਲਾਰ ਸਾਹਿਬ ਨੇ ਆਪ ਫਿਰ ਨਾ ਪੁੱਤਰੀ ਨਾਨਕੀ ਦੀ ਰੋਈ, ਕਲਿਆਣ ਚੰਦ ਜੀ ਨੂੰ ਨਾਲ ਲੈ ਕੇ ਤੋਰੀ, ਘਰੋਂ ਲੋੜੀ ਨਿਕਲੀ ਹੈ ਪਾਲਕੀ ਚ, ਗੁਰੂ ਨਾਨਕ ਸਾਹਿਬਾਂ ਦੇ ਨਾਲ ਨਾਲ ਜਾ ਰਹੇ, ਸਾਰਾ ਪਰਿਵਾਰ ਅੱਖਾਂ ਸੇ ਜਲਨੇ ਭਰੀਆਂ ਹੋਈਆਂ ਨੇ। ਪਰ ਜੈ ਰਾਮ ਜੀ ਦੀ ਮੁਸਕਰਾਹਟ ਵੇਖ ਨਾ ਚਿਹਰੇ ਦੀ, ਦੁੱਖ ਭੁਗਤਾ ਜਾਂਦਾ ਸੀ, ਕਿਉਂਕਿ ਉਹ ਕਿੱਡੇ ਪਿਆਰੇ ਹੋਣਗੇ, ਕਿੰਨੀ ਭਗਤੀ ਵਾਲੇ ਹੋਣਗੇ, ਜਿਨ੍ਹਾਂ ਦਾ ਰਿਸ਼ਤਾ ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਨਾਲ ਜੁੜਿਆ। ਸੋਚੋ ਤੇ ਸਹੀ ਕਹਿੰਦੇ, ਕਿੱਡੇ ਮਹਾਨ ਪਰਮਾਤਮਾ ਬੰਦਗੀ ਵਾਲੀ ਉਹ ਰੂਹ ਹੋਏਗੀ, ਕੋਈ ਖੇਡਦਾ ਹੈ ਨਹੀਂ। ਕਹਿੰਦੇ ਜਦੋਂ ਡੋਲੀ ਤੁਰੀ ਹੈ ਪਿਤਾ ਪੁੱਤਾਂ ਮਾਰ ਮਾਰ ਰੋਇਆ, ਰੋਂਦੇ ਨੇ, ਮਾਂ ਰੋਈ। ਇੱਕ ਗੁਰੂ ਨਾਨਕ ਸਾਹਿਬਾਂ ਦੇ ਖੜੇ ਚੁੱਪਚਾਪ। ਹੁਣ ਸਤਿਗੁਰਾਂ ਦੇ ਭਾਈਆ ਜੀ ਲੱਗਦੇ ਨੇ ਮਾਝੇ ਦੇ ਵਿੱਚ ਨਾ, ਸਾਡੇ ਇੱਧਰ ਜੀਜਾ ਕਹਿ ਦਿੰਦੇ ਆ, ਉੱਧਰ ਭਾਈਆ ਕਹਿ ਦਿੰਦੇ ਆ। ਹੁਣ ਬੋਲੀਆਂ ਦਾ ਫਰਕ ਹੈ ਜੀ, ਕਿਤੇ ਭਾਬੀ ਕੋਈ ਭੈਣ ਨੂੰ ਕਹੀ ਜਾਂਦਾ, ਕਿਤੇ ਭਾਬੀ ਮਾਂ ਨੂੰ ਵੀ ਕਹਿੰਦੇ ਆ, ਕਿਤੇ ਭਾਬੀ ਭਰਾ ਦੀ ਘਰ ਵਾਲੀ ਨੂੰ ਵੀ ਕਹਿੰਦੇ। ਸਾਡੀਆਂ ਜਿਹੜੀਆਂ ਬੋਲੀਆਂ ਰਲੀਆਂ ਬਲੀਆਂ ਨੇ ਸਾਰੀਆਂ। ਹੁਣ ਭਾਜੀ ਸ਼ਬਦ ਹੈ ਆਪਣੇ ਇੱਥੇ ਆਮ ਵਰਤਦੇ ਆ, ਕਿਸੇ ਭਰਾ ਨੂੰ ਕਹਿ ਲਓ, ਤੇ ਕਈ ਇਲਾਕਿਆਂ 'ਚ ਭਾਜੀ ਉਹਨੂੰ ਕਿਹਾ ਜਾਂਦਾ ਜਿਹੜਾ ਜੀਜੇ ਦੀ ਥਾਂ ਤੇ ਹੋਵੇ, ਇਹਨੂੰ ਭੈਣ ਵਿਆਹੀ ਹੋਵੇ। ਇਹ ਬੋਲੀਆਂ ਦਾ ਫਰਕ ਹੈ। ਹੁਣ ਇੱਥੇ ਇਤਿਹਾਸ ਵਿੱਚ ਬਾਰ-ਬਾਰ ਜ਼ਿਕਰ ਆਏਗਾ ਭਾਈਆ ਜੈ ਰਾਮ। ਜਿਹੜੇ ਮਾਝੇ ਨਾਲ ਜੁੜੇ ਆ ਜਾਂ ਜਿਹੜੇ ਉਸ ਪਾਸੇ ਦੀ ਬੋਲੀ ਜਾਣਦੇ ਉਹਨਾਂ ਨੂੰ ਪਤਾ ਇਹਦਾ ਮਤਲਬ ਕੀ ਹੈ। ਤੇ ਕਵੀ ਜੀ ਨੇ, ਕਿਉਂਕਿ ਹੁਣ ਉਸ ਇਲਾਕੇ 'ਚ ਆਨੰਦ ਕਾਰਜ ਹੋਏ ਆ, ਉੱਧਰ ਦਾ ਵਿਆਹ ਹੋਇਆ ਤੇ ਬੋਲੀ ਉੱਧਰ ਦੀ ਵਰਤਣਗੇ ਨਾ ਫਿਰ। ਤੇ ਜਿੱਦਣ ਵਾਲੇ ਬਿਹਾਰ ਵਾਲੇ ਪਾਸੇ ਜਾਣਗੇ ਤੇ ਫਿਰ ਉੱਧਰ ਦੀ ਬੋਲੀ ਵਰਤ ਲੈਣਗੇ। ਜਿੱਦਣ ਸਤਿਗੁਰ ਚਾਈਨਾ ਵਾਲੇ ਪਾਸੇ ਜਾਣਗੇ ਉੱਧਰ ਦੀ ਬੋਲੀ ਵਰਤ ਲੈਣਗੇ, ਅਰਬ ਵਾਲੇ ਪਾਸੇ ਜਾਣਗੇ ਉੱਧਰ ਦਾ ਜ਼ਿਕਰ ਕਰ ਦੇਣਗੇ। ਇਹੀ ਤੇ ਮਹਾਨਤਾ ਕਵੀ ਸੰਤੋਖ ਸਿੰਘ ਦੀ। ਕਹਿੰਦੇ ਉਹਨਾਂ ਨੇ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਮਿਲੇ ਨਾ, ਘੁੱਟ ਕੇ ਜੱਫੀ ਪਾ ਕੇ ਮਿਲੇ ਭਾਈਆ ਜੈ ਰਾਮ। ਬੜਾ ਪਿਆਰ ਕੀਤਾ ਉਹਨਾਂ ਨੇ, ਖੁਸ਼ ਬੜੇ ਆ। ਤੇ ਗੁਰੂ ਸਾਹਿਬ ਨੇ ਵੀ ਬੜਾ ਪਿਆਰ ਕੀਤਾ ਜੀ ਉਹਨੂੰ, ਮਾਣ, ਕਿਉਂਕਿ ਮਰਦ ਜਾਣਦੀ ਹੈ ਰੱਬ ਰਤੀ ਰੂਹ ਹੈ। ਤੇ ਇੱਥੋਂ ਕਹਿੰਦੇ ਹੁਣ ਬਰਾਤ ਵਾਪਸ ਹੋਣ ਲੱਗੀ ਹੈ, ਡੋਲੀ ਚੱਲੀ। ਪਿਤਾ ਨੇ ਪੈਸੇ ਵਾਰੇ, ਅੱਖਾਂ ਵਿੱਚੋਂ ਹੰਝੂ ਵੀ ਵਾਰਦੇ ਨੇ। ਬਾਸਰ ਬਟੀਤੇ ਕੁਛ ਨਾਨਕ ਸੋ ਕਾਲੂ ਕਹੈ, ਭਗਨੀ ਕੋਆਨ ਸੁਲਤਾਨਪੁਰ ਜਾਏ ਕੇ। ਹੁਣ ਬਰਾਤ ਵਾਪਸ ਮੁੜੀ ਹੈ ਜੀ। ਸਤਿਗੁਰਾਂ ਦੇ ਭੈਣ ਜੀ ਵਿਦਾ ਹੋ ਗਏ, ਚਲੇ ਗਏ ਤੂੰ। ਗੁਰੂ ਸਾਹਿਬ ਇਕੱਲੇ ਰਹਿ ਗਏ। ਇੱਕ ਭੈਣ ਦਾ ਹੀ ਸਹਾਰਾ ਸੀ ਜਿਹੜੀ ਸਮਝਦੀ ਸੀ, ਉਹ ਵੀ ਅੱਖਾਂ ਤੋਂ ਦੂਰ। ਚਲੋ ਸਤਿਗੁਰਾਂ ਨੂੰ ਉਹ ਨਹੀਂ ਸੀ ਕੋਈ, ਪਰ ਪ੍ਰੇਮ ਤੇ ਸੀ ਨਾ, ਕਿਉਂਕਿ ਜਦ ਥੱਪੜ ਵੀ ਮਾਰੇ ਸੀ ਕੌਣ ਖੜਿਆ ਸੀ? ਇਹੀ ਭੈਣ ਖੜੀ ਸੀ। ਮਰਦ ਸੱਚੇ ਪਾਤਸ਼ਾਹ ਨੇ ਕਈ ਦਿਨ ਚੁੱਪ ਰਹੇ, ਬੋਲੇ ਨਹੀਂ ਕਿਸੇ ਦਾ, ਨਾ ਭੋਜਨ ਛਕਦੇ ਨੇ, ਨਾ ਪਾਣੀ ਪੀਂਦੇ। ਭੈਣਾਂ ਭੈਣੀ ਹੁੰਦੀਆਂ ਨੇ, ਲੱਖ ਲੜਦੀਆਂ ਹੋਣ ਰੱਬ ਵਰਗੀਆਂ ਹੁੰਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਚੁੱਪ ਰਹਿਣ ਲੱਗੇ ਨਾ, ਹੁਣ ਥੋੜੇ ਸਮੇਂ ਬਾਅਦ ਕੁਝ ਦਿਨ ਬਤੀਤ ਹੋਏ, ਪਿਤਾ ਕੋਲੇ ਆ ਗਏ, ਕਹਿੰਦੇ ਪੁੱਤਰ ਏਦਾਂ ਕਰ, ਫਿਰ ਭੈਣ ਨੂੰ ਲੈ ਆ ਜਾ ਕੇ। ਅੱਗੇ ਪੁਰਾਣੀਆਂ ਰਵਾਇਤਾਂ ਹੁੰਦੀਆਂ ਸੀ, ਅੱਜ ਵੀ ਥੋੜੀਆਂ ਚੱਲਦੀਆਂ ਨੇ। ਮੁੜਦੀ ਡੋਲੀ ਜਿਹਨੂੰ ਕਹਿੰਦੇ ਆ, ਭਰਾ ਜਾਂਦੇ ਸੀ ਭੈਣ। ਗੁਰੂ ਸਾਹਿਬ ਕੋਲ ਆ ਕੇ ਬਹਿ ਕੇ ਬਾਪੂ ਜੀ ਕਹਿੰਦੇ ਪੁੱਤ ਫਿਰ ਤੂੰ ਜਾਇਆ ਭੈਣ ਜੀ ਨੂੰ ਲੈ ਆ। ਮਰਦ ਕਹਿੰਦੇ ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਣਾ ਉੱਥੇ। ਬਾਪੂ ਨੂੰ ਗੁੱਸਾ ਆ ਗਿਆ ਵੀ ਰਾਏ ਬਲਾਰ ਸਾਹਿਬ ਕਹਿੰਦੇ ਇਹਨੂੰ ਕਹਿਣਾ ਕੁਛ ਨਹੀਂ, ਇਹ ਅੱਗੇ ਕਮਾਈ ਕੋਈ ਨਹੀਂ ਕਰਦਾ, ਡੱਕਾ ਕੋਈ ਨਹੀਂ ਤੋੜਦਾ, ਰਹਿੰਦਾ ਵਿਹਲਾ ਹੈ। ਜੇ ਇਹਨੂੰ ਕਿਹਾ ਵੀ ਤੂੰ ਆ ਜ਼ਿੰਮੇਵਾਰੀ ਸਮਝ ਲਾ, ਜਾ ਕੇ ਲੈ ਆ, ਫਰਜ਼ ਤੇ ਇਹਨਾਂ ਦਾ ਹੀ ਹੈ। ਕਹਿੰਦੇ ਬਾਪੂ ਮੈਂ ਨਹੀਂ ਜਾਂਦਾ। ਪਹਿਲੀ ਵਾਰ ਮਹਾਰਾਜ ਨੇ ਜਵਾਬ ਦਿੱਤਾ ਹੈ ਤੇ ਪਿਤਾ ਨੂੰ ਗੁੱਸਾ ਆਇਆ ਬੜਾ। ਕਹਿੰਦੇ ਕਿ ਤੂੰ ਨਹੀਂ ਜਾਏਗਾ ਤੇ ਕੌਣ ਜਾਊਗਾ? ਭਰਾ ਹੀ ਜਾਂਦੇ ਆ ਲੈਣਾ। ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਹਿੰਦੇ ਆਪਾਂ ਨਹੀਂ ਜਾਂਦੇ। ਕਹਿੰਦੇ ਕੋਈ ਨਹੀਂ ਪੁੱਤ, ਫਿਰ ਤੂੰ ਨਾ ਗਿਆ ਤੇ ਮੇਰਾ ਨਾਮ ਮਹਿਤਾ ਗੱਲ। ਮਹਾਰਾਜ ਕਹਿੰਦੇ ਪਿਤਾ ਜੀ ਆਪਾਂ ਨਹੀਂ ਜਾਣਾ, ਜਿਹਨੂੰ ਭੇਜਣਾ ਭੇਜ ਦਿਓ। ਮਾਤਾ ਜੀ ਜਾਇਆ, ਤੁਸੀਂ ਜਾ ਆਓ। ਸਤਿਗੁਰ ਕਿਉਂ ਨਹੀਂ ਜਾਂਦੇ? ਉਹ ਜਾਣਦੇ ਨੇ ਨਾ, ਚਾਹੁੰਦੇ ਆ ਵੀ ਸਾਡਾ ਪਰਿਵਾਰ ਸਾਨੂੰ ਮੋਹ ਦੀਆਂ ਤੰਦਾਂ 'ਚ ਲਪੇਟਣ ਲੱਗਿਆ। ਸਤਿਨਾਮ
ਆਹ ਕੋਈ ਥੋੜੀ ਅਸੀਂ ਕਰਨ ਆਏ ਰਿਸ਼ਤੇਦਾਰੀਆਂ ਨਿਭਾਉਣ। ਨਹੀਂ ਨਹੀਂ, ਜਿੱਦਣ ਬੰਦਗੀ ਤੁਹਾਡੇ ਜੀਵਨ ਵਿੱਚ ਆ ਗਈ ਤੁਸੀਂ ਰਿਸ਼ਤੇਦਾਰਾਂ ਤੋਂ ਪਿੱਛੇ ਹਟ ਜਾਓਗੇ। ਇੰਨਾ ਕੀ ਵਰਤੋਗੇ ਜਿੰਨਾ ਕੁ ਠੀਕ ਰਵੇ। ਤੇ ਜਿਹੜਾ ਬੰਦਾ ਬਹੁਤਾ ਗਰਸਿਆ ਹੋਇਆ ਨਾ ਰਿਸ਼ਤੇਦਾਰਾਂ ਵਿੱਚ, ਸਾਰਾ ਦਿਨ ਫੋਨ ਚੱਲਦੇ ਰਹਿੰਦੇ ਨੇ, ਕਿਤੇ ਨਾ ਕਿਤੇ ਉਹ ਬੰਦਾ ਮਾਨਸਿਕ ਤਲ ਤੇ ਮਾਇਆ ਦੇ ਮੋਹ 'ਚ ਜੀ ਰਿਹਾ ਹੈ, ਰੱਬ ਦੇ ਨੇੜੇ ਤੇੜੇ ਵੀ ਨਹੀਂ ਹੈ। ਗੁਰੂ ਸਾਹਿਬ ਦੀ ਬਾਣੀ ਪੜ੍ਹੋ ਜੀ, ਨਾਵੇਂ ਪਾਤਸ਼ਾਹ ਦੀ ਪੜ੍ਹੋ, ਪੰਜਵੇਂ ਪਾਤਸ਼ਾਹ ਦੀ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਦੀ, ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਲਿਖਿਆ ਹੋਇਆ ਹੈ, ਕਹਿੰਦੇ ਆ ਧੀ ਪੁੱਤ ਭੈਣ ਭਰਾ ਆ ਰਿਸ਼ਤੇ ਤੇ ਦੂਰ ਹੋਣੇ ਹੀ ਹੋਣੇ ਨੇ। ਪਹਿਲਾਂ ਜਿਹੜੇ ਆਸੇ ਪਾਸੇ ਰਿਸ਼ਤਿਆਂ ਦਾ ਜਾਲ ਹੈ ਬੰਦਾ ਉਹਨੂੰ ਛੱਡਦਾ ਹੈ, ਉਹਨੂੰ ਛੱਡਦਾ ਫਿਰਨਾ, ਮੋਹ ਘਟਦਾ ਜਾਂਦਾ ਹੈ, ਰੱਬ ਵਾਲੇ ਪਾਸੇ ਜੁੜੀ ਜਾਂਦਾ ਹੈ, ਦੁਨੀਆ ਤੋਂ ਹਟੀ ਜਾਂਦਾ ਹੈ, ਦੁਨੀਆ ਫਿਰ ਪਿੱਛੇ ਪਿੱਛੇ ਮੱਥੇ ਟੇਕਦੀ ਹੈ। ਪਿਤਾ ਜੀ ਕਹਿੰਦੇ ਪੁੱਤ ਤੈਨੂੰ ਜਾਣਾ ਪੈਣਾ ਹੈ, ਭੈਣ ਜੀ ਨੂੰ ਘਰ ਲੈ ਕੇ ਆਓ। ਤੇ ਮਰਦ ਸੱਚੇ ਪਾਤਸ਼ਾਹ ਨੇ ਪੂਰਾ ਜਵਾਬ ਦੇਤਾ, ਕਹਿੰਦੇ ਬਾਪੂ ਜੀ ਆਪਾਂ ਤੋਂ ਨਹੀਂ ਆਇਆ ਜਾਂਦਾ ਤੇ ਨਾ ਸਾਨੂੰ ਜਾਣ ਨੂੰ ਕਹਿਓ, ਬਾਪੂ ਸਾਡਾ ਨਾਮ। ਸਮਾਂ ਸਮਾਪਤ ਹੈ ਜੀ। ਹੁਣ ਕੀ ਗੁਰੂ ਸਾਹਿਬ ਜਾਣਗੇ? ਉਹ ਤੇ ਹੈ ਨਹੀਂ ਕਿਸੇ ਦਾ, ਨਾ ਹੀ ਪੈਣਾ ਚਾਹੁੰਦੇ ਨੇ। ਜੇ ਨਹੀਂ ਜਾਣਗੇ ਹੋਰ ਕਿਸੇ ਨੇ ਜਾਣਾ ਨਹੀਂ, ਕਿਉਂਕਿ ਰਵਾਇਤ ਹੈ ਭਰਾ ਜਾਂਦਾ ਭੈਣ ਕੋਲ, ਭੈਣ ਨੂੰ ਲੈਣੀ ਭਰਾ ਜਾਂਦਾ ਹੈ। ਪਰ ਮਰਦ ਦਾ ਜਵਾਬ ਹੈ, ਪਿਤਾ ਜੀ ਕਹਿੰਦੇ ਮੈਂ ਤੈਨੂੰ ਭੇਜਣਾ, ਜੋ ਕੁਝ ਵੀ ਹੋਊਗਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।